ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ। ਗੁਰ ਸੰਗਤ ਜੀ, ਆਪ ਜੀ ਨੇ ਪਿੱਛੇ ਚੱਲ ਰਹੇ ਪ੍ਰਸੰਗਾਂ ਵਿੱਚ ਸੁਣਿਆ ਹੈ ਕਿ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਜਾਣ ਦੀ ਤਿਆਰੀ ਵਿੱਚ ਹਨ। ਆਪ ਜੀ ਨੇ ਆਪਣੇ ਸੱਚਖੰਡ ਜਾਣ ਤੋਂ 3 ਦਿਨ ਪਹਿਲਾਂ ਹੀ ਲੰਗਰ ਦੀ ਜੋ ਮਰਿਆਦਾ ਹੈ ਉਹਦੇ ਬਾਰੇ ਗੁਰਸਿੱਖਾਂ ਨੂੰ ਬੜੇ ਪ੍ਰੇਮ ਦੇ ਨਾਲ, ਬੜੇ ਵਿਸਥਾਰ ਦੇ ਨਾਲ ਸਮਝਾਇਆ ਔਰ ਨਾਲ ਵਚਨ ਵੀ ਕੀਤੇ ਕਿ ਸਾਡੇ ਆਖਰੀ ਸਮੇਂ ਜਿਹੜਾ ਵੀ ਕੋਈ ਦਰਸ਼ਨ ਕਰਨ ਆਵੇ ਉਹੀ ਇਨਸਾਨ ਹੋਵੇ ਜਿਹੜਾ ਜਾਤ ਪਾਤ ਊਚ ਨੀਚ ਭੇਦ ਭਾਵ ਤੋਂ ਉੱਤੇ ਉੱਠਿਆ ਹੈ। ਜਿਹੜਾ ਵੀ ਕੋਈ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੀ ਨਫ਼ਰਤ ਕਰਦਾ ਹੈ ਜਾਤ ਪਾਤ ਕਰਕੇ, ਉਹ ਆਵੇ ਹੀ ਨਾ। ਤੇ ਨਾਲ ਮਹਾਰਾਜ ਨੇ ਇਹ ਵੀ ਆਖਿਆ ਕਿ ਜਿਹੜਾ ਵੀ ਕੋਈ ਭਾਵੇਂ ਰਾਜਾ ਹੈ, ਭਾਵੇਂ ਗਰੀਬ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਛਤਰੀ ਵੈਸ਼ ਸ਼ੂਦਰ ਹੈ, ਉਹ ਆ ਕੇ ਗੁਰੂ ਕੇ ਲੰਗਰਾਂ ਵਿੱਚ ਸੰਗਤ ਦੇ ਵਿੱਚ ਸਮਾਨ ਇੱਕੋ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਤੇ ਫਿਰ ਅੱਗੇ ਆਵੇ। ਇਉਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਾਣ ਦੀ ਤਿਆਰੀ ਕੀਤੀ। ਆਪਣੇ ਕੋਲ ਆਪਣੇ ਸਤਿਕਾਰਯੋਗ ਸੁਪਤਨੀ ਜਾਣੀ ਕਿ ਸਾਡੇ ਮਾਤਾ ਜੀ, ਜਾਂ ਇਉਂ ਕਹਿ ਲਓ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਦੇ ਮਾਤਾ ਸੁਲੱਖਣੀ ਜੀ ਨੂੰ ਵੀ ਗੁਰੂ ਜੀ ਨੇ ਕੋਲ ਸੱਦਿਆ, ਨੇੜੇ ਬੁਲਾਇਆ। ਉਹਨਾਂ ਨੂੰ ਵੀ ਪੁੱਛਿਆ ਕਿ ਕੋਈ ਤੁਹਾਡੇ ਮਨ ਦੀ ਇੱਛਾ ਹੋਵੇ। ਉਹਨਾਂ ਨੇ ਆਖਿਆ, ਕਹਿਣ ਲੱਗੀ ਕਿ ਮੇਰੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਕਲਪ, ਕੋਈ ਫੁਰਨਾ ਨਹੀਂ ਹੈ। ਬਸ ਮੈਨੂੰ ਇਹ ਹੈ ਕਿ ਮੇਰੇ ਪੁੱਤਰ ਦੋਵੇਂ ਇਹ ਵੀ ਕਿਸੇ ਤਰੀਕੇ ਸਮਝ ਜਾਣ, ਇਹਨਾਂ ਨਾਲ ਵੀ ਗੱਲਬਾਤ ਕਰ ਲਓ। ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਜਾਓ ਉਹਨਾਂ ਨੂੰ ਬੁਲਾਓ। ਫਿਰ ਸੇਵਾਦਾਰ ਭੇਜਿਆ, 1 ਵਾਰ 2 ਵਾਰ ਆਏ ਹੀ ਨਾ। ਕਹਿੰਦੇ ਵੀ ਇੱਦਾਂ ਵੀ ਕਿਤੇ ਕੋਈ ਜਾਂਦਾ ਦੱਸ ਕੇ। ਪਰ ਤੀਜੀ ਵਾਰ ਮਾਤਾ ਜੀ ਦੇ ਕਹਿਣ ਦੇ ਉੱਤੇ ਸੇਵਾਦਾਰ ਨੂੰ ਭੇਜਿਆ। ਸੇਵਾਦਾਰ ਨੇ ਆਖਿਆ, ਗੁਰੂ ਨਾਨਕ ਸਾਹਿਬ ਸੱਚੀ ਮੁੱਚੀ ਚੱਲੇ ਆ ਸੱਚਖੰਡ ਨੂੰ, ਤਿਆਰੀ ਕਰਵਾਈ ਹੈ। ਸਤਿਕਾਰਯੋਗ ਮਾਤਾ ਜੀ ਸੱਦ ਰਹੇ ਆ, ਛੇਤੀ ਆ ਜਾਓ। ਫਿਰ ਮਾਤਾ ਜੀ ਦੇ ਕਹਿਣ ਦੇ ਉੱਤੇ, ਜ਼ੋਰ ਪਾਉਣ ਦੇ ਉੱਤੇ ਸੇਵਾਦਾਰਾਂ ਨੇ ਜਦੋਂ ਆਖਿਆ ਤੇ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਫਿਰ ਚੱਲ ਕੇ ਆਏ। ਦੋਵੇਂ ਪੁੱਤਰ ਆ ਕੇ ਵੇਖਿਆ ਸੰਗਤਾਂ ਬੈਠੀਆਂ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਸੱਚਖੰਡ ਜਾਣ ਦੀ ਤਿਆਰੀ ਵਿੱਚ ਹਨ। ਇਸ ਤੋਂ ਅਗਲੇ ਪ੍ਰਸੰਗ ਆਪ ਜੀ ਸੁਣੋ ਪ੍ਰੇਮ ਦੇ ਨਾਲ। ਇਹ 57ਵਾਂ ਅਧਿਆਏ ਹੈ, ਉੱਤਰਾਰਧ ਅਧਿਆਏ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦਾ। ਕਿਸ ਤਰ੍ਹਾਂ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਬੇਨਤੀ ਕਰ ਰਹੇ, ਜੋ ਵੀ ਅੱਗੇ ਸੱਚਖੰਡ ਜਾਣ ਦਾ
ਪ੍ਰਸੰਗ ਹੈ, ਪ੍ਰੇਮ ਨਾਲ ਸੁਣੋ। ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਉਸ ਵਕਤ ਸ਼੍ਰੀ ਚੰਦ ਤਬ ਲਖਮੀ ਦਾਸ, ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਦੋਵੇਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਹਨ ਨਾ। ਇਹਨਾਂ ਨੇ ਇਹ ਆਏ, ਇਹਨਾਂ ਨੇ ਵੇਖਿਆ ਵੀ ਇਹ ਤੇ ਸੱਚੀ ਮੁੱਚੀ ਭਾਣਾ ਵਰਤਾਣ ਲੱਗੇ ਹਨ, ਚੱਲੇ ਹਨ, ਹੱਥ ਜੋੜ ਲਏ। ਅੰਤ ਸਮੇਂ ਸਹੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਖੜ ਗਏ ਤੇ ਅਰਦਾਸ ਕੀਤੀ ਇਹਨਾਂ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋਵੇਂ ਪੁੱਤਰ ਹੱਥ ਜੋੜ ਕੇ ਅੱਗੇ ਖੜ ਗਏ ਗੁਰੂ ਨਾਨਕ ਸਾਹਿਬ ਜੀ ਦੇ। ਹੁਣ ਇਸ ਵੇਲੇ ਇਹਨਾਂ ਦੇ ਹਿਰਦੇ 'ਚ ਸ਼ਰਧਾ ਬੜੀ ਆਈ, ਵਧੀ। ਨਹੀਂ ਸੀ ਸਮਝ, ਬੱਚੇ ਸਨ, ਪਰ ਇਸ ਵਕਤ ਇਹਨਾਂ ਨੇ ਜੋ ਕੁਝ ਵੇਖਿਆ, ਸੰਗਤਾਂ ਆਲੇ ਦੁਆਲੇ ਬੈਠੀਆਂ ਨੇ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ। ਗੁਰੂ ਨਾਨਕ ਜੀ ਨੇ ਪੂਰੀ ਤਿਆਰੀ ਕਰਵਾ ਲਈ ਹੈ ਜਾਣ ਦੀ। ਉਸ ਵਕਤ ਫਿਰ ਇਹ ਹੱਥ ਜੋੜ ਕੇ ਦੋਵੇਂ ਪੁੱਤਰ ਖੜੇ ਹੋ ਗਏ। ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਹਨਾਂ ਨੇ ਜੋ ਗੁਰੂ ਨਾਨਕ ਸਾਹਿਬ ਨਾਲ ਵਚਨ ਕੀਤੇ ਉਹ ਕਵੀ ਜੀ ਨੇ ਲਿਖੇ ਹਨ। ਬਾਬਾ ਸ਼੍ਰੀ ਚੰਦ ਜੀ ਨੇ ਆਖਿਆ, ਹੇ ਜਗਤ ਦੇ ਮਾਲਕ, ਦੁਨੀਆ ਦੇ ਜਿੰਨੇ ਵੀ ਸੁੱਖ ਹਨ ਸਭ ਸੁੱਖਾਂ ਦੇ ਦਾਤੇ ਉਹ ਤੇ ਪ੍ਰਮਾਤਮਾ ਹੀ ਆ ਨਾ। ਪਰ ਹੇ ਸਰਬ ਸੁੱਖਾਂ ਦੇ ਦਾਤੇ, ਹੇ ਜਗਤ ਦੇ ਮਾਲਕ, ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲੇ, ਸਭ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀਓ। ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਤੁਸੀਂ ਸਾਰੀਆਂ ਵਿਧੀਆਂ ਨੂੰ ਲੈ ਕੇ ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਹੋ। ਹੇ ਮਹਾਰਾਜ, ਆਪ ਜੀ ਦੇ ਜੋ ਗੁਣ ਹਨ ਉਹ ਕਥਨ ਨਹੀਂ ਕੀਤੇ ਜਾ ਸਕਦੇ। ਜੇ ਕੋਈ ਆਖੇ ਵੀ ਕਥਨ ਕਰ ਦਈਏ ਪੂਰੇ ਗੁਣ, ਨਹੀਂ ਕੀਤੇ ਨਹੀਂ ਜਾਣੇ। ਜਿੰਨਾ ਮਰਜ਼ੀ ਕੋਈ ਕਹੀ ਜਾਏ ਤੇ ਤੁਹਾਡੇ ਗੁਣ ਫੇਰ ਵੀ ਕਹੇ ਨਹੀਂ ਜਾ ਸਕਣੇ, ਫੇਰ ਵੀ ਪਿੱਛੇ ਰਹਿ ਹੀ ਜਾਂਦੇ ਹਨ। ਹੇ ਮਹਾਰਾਜ, ਸਾਡੀ ਗਲਤੀ ਹੈ। ਸ਼੍ਰੀ ਚੰਦ ਜੀ ਲਖਮੀ ਦਾਸ ਜੀ ਕਹਿੰਦੇ ਆ, ਸਾਡੀ ਗਲਤੀ ਰਹੀ ਕਿ ਅਸੀਂ ਤੁਹਾਨੂੰ ਆਪਣੇ, ਜਿਵੇਂ ਆਮ ਬੱਚੇ ਆਪਣੇ ਪਿਤਾ ਨੂੰ ਬਸ ਪਿਤਾ ਹੀ ਸਮਝਦੇ, ਜਿਵੇਂ ਆਮ ਬੱਚੇ ਹੁੰਦੇ ਸਮਝਦੇ ਵੀ ਪਿਤਾ ਹੀ ਹੈ, ਚਲੋ ਕੋਈ ਗੱਲ ਮੰਨ ਲਈ ਮੰਨ ਲਈ, ਨਹੀਂ ਮੰਨੀ ਨਾ ਮੰਨੀ, ਬੱਚੇ ਇੱਦਾਂ ਹੀ ਕਰਦੇ ਹੁੰਦੇ ਆ। ਇਹ ਸਾਡੀ ਗਲਤੀ ਰਹੀ ਕਿ ਅਸੀਂ ਤੇ ਆਮ ਬੱਚੇ ਸੀ, ਪਰ ਅਸੀਂ ਤੁਹਾਨੂੰ ਵੀ ਆਮ ਬੰਦਿਆਂ ਦੀ ਤਰ੍ਹਾਂ, ਆਮ ਪਿਤਾ ਦੀ ਤਰ੍ਹਾਂ, ਆਮ ਇਨਸਾਨ ਨੇ ਜਾਣਿਆ। ਇਹ ਸਾਡੀ ਗਲਤੀ ਰਹੀ ਹੈ। ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਸਾਨੂੰ ਇਹ ਭੇਤ ਸਮਝੇ ਨਹੀਂ ਲੱਗਿਆ ਕਿ ਤੁਸੀਂ ਹੀ ਜਗਤ ਦੇ ਕਰਨ ਵਾਲੇ ਹੋ। ਅਸੀਂ ਤੁਹਾਨੂੰ ਆਮ ਹੀ ਸਮਝਦੇ ਰਹੇ, ਪਰ ਅਸੀਂ ਇਹ ਜਾਣ ਨਾ ਸਕੇ ਕਿ ਤੁਸੀਂ ਹੀ ਸਭ ਕੁਝ ਕਰਤਾ ਭਰਤਾ ਹਰਤਾ, ਸਭ ਕੁਝ ਤੁਸੀਂ ਹੀ ਹੋ। ਪਰ ਹੇ ਮਾਲਕ ਜੀ, ਹੁਣ ਸਾਨੂੰ ਭਰੋਸਾ ਆ ਗਿਆ ਤੁਹਾਡੇ ਉੱਤੇ। ਸਾਨੂੰ ਪਤਾ ਲੱਗ ਗਿਆ ਕਿ ਤਿੰਨੇ ਲੋਕਾਂ ਦੇ ਮਾਲਕ ਤੁਸੀਂ ਹੋ, ਔਰ ਇਸ ਗੱਲ ਦੇ ਵਿੱਚ ਰੱਤੀ ਮਾਤਰ ਸਾਨੂੰ ਕੋਈ ਸ਼ੰਕਾ ਰਹਿ ਹੀ ਨਹੀਂ ਗਈ। ਜਾਂਦੀ ਵਾਰੀ ਸ਼੍ਰੀ ਚੰਦ ਜੀ ਨੇ ਆਖਿਆ, ਹੁਣ ਇੱਕ ਗੱਲ ਮੈਂ ਨਾਲੇ ਕਹਿ ਜਾਵਾਂ, ਜਾਂਦੀ ਵਾਰੀ ਉਹ ਕਹਿੰਦੇ ਸਾਨੂੰ ਸ਼ਰਧਾ ਨਹੀਂ ਆਈ ਤਾਂ ਤੁਹਾਨੂੰ ਅਸੀਂ ਆਮ ਮਨੁੱਖ ਸਮਝਦੇ ਰਹੇ, ਪਰ ਅੱਜ ਸਾਨੂੰ ਸਭ ਕੁਝ ਸਾਹਮਣੇ ਦਿਸ ਰਿਹਾ, ਔਰ ਅੱਜ ਅਸੀਂ ਜਾਣਦੇ ਤੁਸੀਂ ਰੱਬ ਹੋ, ਪਰਮਾਤਮਾ ਤੁਸੀਂ ਖੁਦ ਹੋ। ਪਰ ਅੱਜ ਵੀ ਕਈ ਬੰਦੇ ਸ਼੍ਰੀ ਚੰਦ ਜੀ ਨੂੰ ਭੰਡੀ ਜਾਣਗੇ ਤੇ ਆਪਣੇ ਆਪ ਨੂੰ ਵੱਡੇ ਸਿੱਖ ਕਹਾਉਣਗੇ,
ਤੇ ਨਾਲ ਗੁਰੂ ਨਾਨਕ ਨੂੰ ਫੇਰ ਆਮ ਬੰਦਾ ਕਹੀ ਜਾਣਗੇ, ਕਹਿਣਗੇ ਆਪ ਵੀ ਉਹੀ ਗੱਲਾਂ ਜੋ ਸ਼੍ਰੀ ਚੰਦ ਜੀ ਕਹਿੰਦੇ ਸੀ ਪਹਿਲਾਂ, ਵੀ ਅਸੀਂ ਨਹੀਂ ਮੰਨਦੇ ਗੁਰੂ ਨਾਨਕ ਜੀ ਕੁਛ ਖਾਸ ਸਨ, ਜੋ ਰੱਬ ਰੂਪ ਸਨ, ਆਮ ਇਨਸਾਨ ਸੀ। ਨਾਲੇ ਇਹ ਗੱਲਾਂ ਕਹਿਣਗੇ, ਨਾਲੇ ਸ਼੍ਰੀ ਚੰਦ ਜੀ ਨੂੰ ਭੰਡੀ ਜਾਣਗੇ। ਫਿਰ ਇਹ ਤੇ ਪੁੱਛ ਲਓ ਵੀ ਤੁਸੀਂ ਕਿਹੜੀ ਕੈਟਾਗਰੀ 'ਚ ਹੋ, ਤੁਸੀਂ ਕਿਸ ਪੱਖ ਵਾਲੇ ਹੋ। ਸ਼੍ਰੀ ਚੰਦ ਜੀ ਨੇ ਤੇ ਅੰਤ ਦੇ ਵਿੱਚ ਆਖਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਜਦੋਂ ਅਲੋਪ ਕੀਤਾ, ਜਾਂਦਿਆਂ ਹੋਇਆਂ ਹੱਥ ਜੋੜ ਕੇ ਗੱਲ ਮੰਨੇ ਲਈ ਸੀ ਵੀ ਅਸੀਂ ਗਲਤ ਸੀ, ਅਸੀਂ ਤੁਹਾਨੂੰ ਰੱਬ ਨਹੀਂ ਸੀ ਸਮਝ ਸਕੇ, ਅਸੀਂ ਆਪਣੇ ਪਿਤਾ ਜਾਣ ਕੇ ਆਮ ਇਨਸਾਨਾਂ ਦੀ ਤਰ੍ਹਾਂ ਹੀ ਤੁਹਾਡੇ ਨਾਲ ਵਿਹਾਰ ਕਰਦੇ ਰਹੇ। ਹੁਣ ਸਾਨੂੰ ਪਤਾ ਲੱਗ ਗਿਆ, ਸ਼ਰਧਾ ਆ ਗਈ, ਤੁਸੀਂ ਪ੍ਰਮਾਤਮਾ ਰੂਪ ਹੋ। ਅਤੇ ਅਸੀਂ ਫਿਰ ਵੀ ਉਹਨਾਂ ਨੂੰ ਅੱਜ ਨਿੰਦਦੇ ਭੰਡਦੇ, ਅਤੇ ਪਰ ਫਿਰ ਅਸੀਂ ਕਿਸ ਮੂੰਹ ਨਾਲ ਚੰਗੇ ਸਿੱਖ ਖਵਾ ਸਕਦੇ ਜਦ ਅਸੀਂ ਖੁਦ ਵੀ ਗੁਰੂ ਨਾਨਕ ਨੂੰ ਪ੍ਰਮਾਤਮਾ ਰੂਪ ਜਾਂ ਗੁਰ ਪਰਮੇਸ਼ਰ ਏਕੋ ਜਾਣ ਵਾਲਾ ਉਹ ਸਤਿਕਾਰ ਨਹੀਂ ਦਿੰਦੇ। ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਆਪ ਜੀ ਹੁਣ ਸਾਨੂੰ ਬਿਨਾਂ ਮਿਲੇ ਹੀ ਸੱਚਖੰਡ ਜਾਣ ਲੱਗੇ ਹੋ, ਕੋਈ ਆਖਰੀ ਵਚਨ ਵੀ ਨਹੀਂ ਕੀਤੇ ਸਾਡੇ ਨਾਲ। ਹੱਥ ਜੋੜ ਕੇ ਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਅਸੀਂ ਮਹਾਰਾਜ ਸਾਰੀ ਜ਼ਿੰਦਗੀ ਪਛਤਾਉਂਦੇ ਰਹਿ ਜਾਵਾਂਗੇ ਕਿ ਕੁੱਲ ਦੁਨੀਆ ਭਰੋਸਾ ਆਈ ਗਈ ਗੁਰੂ ਨਾਨਕ ਸਾਹਿਬ ਤੋਂ, ਉਹਨਾਂ ਦੇ ਆਪਣੇ ਪੁੱਤਰ ਖਾਲੀ ਰਹਿ ਗਏ, ਸਾਨੂੰ ਵੱਡਾ ਪਛਤਾਵਾ ਰਹੇਗਾ। ਹੇ ਮਹਾਰਾਜ ਅਵੈ ਬਧੀ ਅਭਿਲਾਖ ਵਿਸ਼ਾਲਾ, ਸਾਡੇ ਅੰਦਰ ਹੁਣ ਬਹੁਤ ਇੱਛਾ ਜਗ ਗਈ ਹੈ, ਆਪ ਕਿਰਪਾ ਕਰੋ, ਸਾਡੇ ਨਾਲ ਵਚਨ ਕਰੋ, ਦਰਸ਼ਨ ਦਿਓ, ਸਾਨੂੰ ਉਪਦੇਸ਼ ਦਿਓ ਜੀ। ਸੁਣ ਕੇ ਨਾ ਆਪਣੇ ਪੁੱਤਰਾਂ ਦੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬੇਨਤੀ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸੰਨ ਹੋ ਕੇ, ਹੇ ਮਹਾਰਾਜ ਸਾਨੂੰ ਮਾਫ ਕਰ ਦਿਓ, ਅਸੀਂ ਭੁੱਲ ਗਏ ਸੀ, ਪਰ ਭੁੱਲੇ ਨੂੰ ਰਾਹ ਪਾਉਣਾ ਗੁਰੂ ਨਾਨਕ ਦਾ ਘਰ ਹੈ ਜਿਹੜਾ ਭੁੱਲਿਆਂ ਨੂੰ ਬਖਸ਼ਦਾ, ਬਖਸ਼ਿੰਦ ਹੋ। ਮਾਤਾ ਸੁਲੱਖਣੀ ਜੀ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ, ਮੇਰੇ ਬੱਚੇ ਹਨ, ਇਹਨਾਂ ਨੂੰ ਹੁਣ ਇਹ ਭੁੱਲੇ ਜੇ ਰਾਹ ਆਏ ਨੇ ਤੁਸੀਂ ਬਖਸ਼ ਲਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਬੋਲੇ, ਕਹਿੰਦੇ ਕੋਈ ਨਾ ਭਾਈ, ਤੁਹਾਡੇ ਉੱਤੇ ਪ੍ਰਮਾਤਮਾ ਵਾਹਿਗੁਰੂ ਭਲੀ ਕਰੇ। ਇਹਨਾਂ ਨੇ ਵੀ ਆਖਿਆ, ਹੈ ਗੁਰੂ ਨਾਨਕ ਸਾਹਿਬ ਤੁਹਾਨੂੰ ਰੱਬ ਦਾ ਵਾਸਤਾ, ਸਾਨੂੰ ਇੱਦਾਂ ਬਿਨਾਂ ਬੋਲੇ ਬਿਨਾਂ ਵਚਨ ਕੀਤੇ ਸਾਡੇ ਕੋਲੋਂ ਨਾ ਜਾਓ। ਜੇ ਤੁਸੀਂ ਸਾਨੂੰ ਬਿਨਾਂ ਬੋਲੇ ਜਾਂ ਬਿਨਾਂ ਮਿਲਿਆਂ ਚਲੇ ਗਏ ਸੱਚਖੰਡ ਨੂੰ, ਤੇ ਮਹਾਰਾਜ ਕਿਰਪਾ ਕਰੋ ਬਖਸ਼ੋ, ਜਿਵੇਂ ਪਹਿਲਾਂ ਤੁਸੀਂ ਬਖਸ਼ਦੇ ਰਹੇ, ਖੁੱਲ੍ਹਾ ਸਮਾਂ ਦਿੰਦੇ ਰਹੇ, ਬਹੁਤਾ ਨਹੀਂ ਤੇ 2 ਘੜੀਆਂ ਹੀ ਦੇ ਦਿਓ ਸਾਨੂੰ ਤੁਹਾਡੇ ਨਾਲ ਵਚਨ ਕਰਨ ਦੇ ਲਈ, ਹਜੇ 2 ਘੜੀਆਂ ਹੋਰ ਨਾ ਜਾਓ ਤੁਸੀਂ। ਇਉਂ ਦੋਵੇਂ ਪੁੱਤਰਾਂ ਨੇ ਬੇਨਤੀ ਕੀਤੀ ਹੈ, ਸਾਡੇ ਨਾਲ ਵਚਨ ਕਰੋ, ਸਾਨੂੰ ਮਿਲੋ, ਸਾਨੂੰ ਸਿੱਖਿਆ ਦੇ ਕੇ ਜਾਓ ਜੀਵਨ ਦੀ। ਜਦੋਂ ਦੋਵੇਂ ਪੁੱਤਰਾਂ ਨੇ ਹੱਥ ਜੋੜ ਕੇ ਅਰਦਾਸ ਕੀਤੀ ਨਾ, ਬੇਨਤੀ ਕੀਤੀ, ਲੋਕ ਵੀ ਆਲੇ ਦੁਆਲੇ ਦੇਖਣ ਲੱਗ ਪਏ ਵੀ ਹੁਣ ਦੇਖਦੇ ਹਾਂ ਗੁਰੂ ਜੀ ਤੇ ਜਾਣ ਦੀ ਤਿਆਰੀ ਵਿੱਚ ਹਨ, ਕਿਸੇ ਨਾਲ ਵਚਨ ਵੀ ਨਹੀਂ ਕਰ ਰਹੇ ਸਨ, ਚੁੱਪ ਕਰਕੇ ਚਾਦਰ ਓढ़ ਕੇ ਲੇਟ ਗਏ ਸਨ। ਹੁਣ ਦੇਖਦੇ ਹਾਂ ਕੀ ਹੋਏਗਾ ਬਈ। ਬਸ ਜਦੋਂ ਇਹਨਾਂ ਦੋਵਾਂ ਪੁੱਤਰਾਂ ਨੇ ਚਰਨਾਂ ਵੱਲ ਖਲੋ ਕੇ ਬੇਨਤੀ ਕੀਤੀ, ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੁਪਤਨੀ, ਸਾਡੇ ਸਤਿਕਾਰਯੋਗ ਮਾਤਾ ਜੀ, ਉਹ ਵੀ ਚਰਨਾਂ ਵਾਲੇ ਪਾਸੇ ਖੜੇ ਹਨ। ਉਹਨਾਂ ਦੇ ਵੀ ਨੇਤਰਾਂ 'ਚੋਂ ਹੰਝੂ ਡਿੱਗ ਰਹੇ ਨੇ ਪ੍ਰੇਮ ਦੇ, ਔਰ ਉਹਨਾਂ ਨੂੰ ਵੀ ਇਸ ਗੱਲ ਦੀ ਬੜੀ ਕਹਿ ਲਓ ਕਿ ਇੱਛਾ ਸੀ ਕਿ ਮੇਰੇ ਪੁੱਤਰ ਕਿਵੇਂ ਨਾ ਕਿਵੇਂ ਮੁੱਖ ਧਾਰਾ ਵਿੱਚ ਆ ਜਾਣ, ਇਹ ਆਪਣੀ ਜਿਹੜੀ ਹੱਠ ਹੈ ਉਹਨੂੰ ਛੱਡ ਦੇਣ,
ਤੇ ਇਹ ਗੁਰੂ ਜੀ ਦਾ ਆਸ਼ਾ ਸਮਝਣ, ਗੁਰੂ ਜੀ ਜੋ ਕਰਨਾ ਚਾਹੁੰਦੇ, ਜੋ ਕਹਿੰਦੇ ਆ ਉਹ ਤੇ ਅਕੀਦਾ ਰੱਖਣ। ਤਾਂ ਇਹ ਵੀ ਮਾਤਾ ਜੀ ਦੇ ਲਈ ਵੱਡੀ ਗੱਲ ਸੀ ਕਿ ਦੋਵੇਂ ਪੁੱਤਰ ਹੱਥ ਜੋੜ ਕੇ ਬੇਨਤੀ ਕਰ ਰਹੇ, ਔਰ ਇਹ ਕਹਿ ਰਹੇ ਆਪਣੇ ਮੂੰਹ ਦੇ ਨਾਲ ਵੀ ਸਾਨੂੰ ਬਖਸ਼ ਲਓ ਸਾਡੀਆਂ ਭੁੱਲਾਂ। ਇਹ ਕੁਝ ਸੁਣ ਕੇ ਵੀ ਮਾਤਾ ਜੀ ਦੇ ਨੇਤਰਾਂ ਦੇ ਵਿੱਚੋਂ ਬੈਰਾਗ ਦੇ ਹੰਝੂ ਡਿੱਗ ਰਹੇ ਹਨ। ਉੱਥੇ ਰਾਜੇ, ਵੱਡੇ ਸ਼ਾਹ, ਸ਼ਾਹੂਕਾਰ, ਕੋਈ ਬ੍ਰਾਹਮਣ, ਕੋਈ ਸਿੱਖ ਇਤਿਆਦਿ ਕਈ ਤਰ੍ਹਾਂ ਦੇ ਲੋਕ ਉੱਥੇ ਇਕੱਠੇ ਹਨ। ਜਦੋਂ ਇਹ ਗੱਲ ਹੋ ਰਹੀ ਹੈ, ਸਤਨਾਮ ਵਾਹਿਗੁਰੂ ਦਾ ਜਾਪ ਸਾਰੇ ਕਰ ਰਹੇ ਨੇ, ਪਿੱਛੋਂ ਆਵਾਜ਼ਾਂ ਆਈ ਜਾਂਦੀਆਂ ਹਨ ਸਿਮਰਨ ਦੀਆਂ। ਅੱਗੇ ਇਹ ਵਿਚਾਰ ਚੱਲ ਰਹੀ ਹੈ, ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਖੜੇ ਹਨ। ਇਹਨਾਂ ਦੀ ਬੇਨਤੀ ਸੁਣੀ ਗੁਰੂ ਨਾਨਕ ਦੇਵ ਮਹਾਰਾਜ ਨੇ। ਜਦੋਂ ਹੱਥ ਜੋੜੀ ਖੜੇ, ਗਿੜਗੜਾ ਰਹੇ, ਗਲਤੀਆਂ ਆਪਣੀਆਂ ਮੰਨ ਗਏ, ਕੱਲੀ ਕੱਲੀ ਗੱਲ ਕਿ ਸਾਡੀ ਗਲਤੀ ਰਹੀ, ਸਾਡੀਆਂ ਭੁੱਲਾਂ ਸਨ, ਪਰ ਤੁਸੀਂ ਬਖਸ਼ ਦਿਓ ਜੀ। ਉਸ ਵੇਲੇ ਫਿਰ ਆਪਣੇ ਬੱਚਿਆਂ ਦੇ ਨਾਲ ਗੱਲ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੁੱਖਾਂ ਨੂੰ ਕੱਟਣ ਵਾਲੇ, ਲੋਕ ਪਰਲੋਕ ਦੇ ਰੱਖਿਅਕ, ਨਰਕਾਂ ਚੋਂ ਕੱਢ ਲੈਣ ਵਾਲੇ, ਲੋਕਾਂ ਦੀ ਮੁਕਤੀ ਕਰਨ ਵਾਲੇ, ਉਪਦੇਸ਼ ਦੇ ਕੇ ਭਲਾ ਕਰਨ ਵਾਲੇ, ਜੀਵਨ ਦਾਤੇ ਗੁਰੂ ਨਾਨਕ ਸਾਹਿਬ ਉੱਠ ਕੇ ਬੈਠ ਗਏ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਚਾਦਰ ਓढ़ ਕੇ ਲੇਟੇ ਹੋਏ ਸਨ, ਨਾ ਬੋਲਦੇ ਸਨ, ਨਾ ਗੱਲਬਾਤ ਕਰਦੇ ਸਨ, ਨਾ ਕੋਈ ਅੱਖ ਖੁੱਲ੍ਹੀ ਸੀ, ਨਾ ਹੱਥ ਪੈਰ ਹਿਲਾਉਂਦੇ ਸਨ, ਮੰਨੋ ਕਿ ਸੱਚਖੰਡ ਚਲੇ ਹੀ ਗਏ, ਇਉਂ ਜਾਣਦੇ ਸਨ ਸਿੱਖ ਤੇ। ਪਰ ਜਦੋਂ ਇਹਨਾਂ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਜੀ ਉੱਠ ਬੈਠੇ ਆਪਣੇ ਪੁੱਤਰਾਂ ਦੇ ਨਾਲ ਗੱਲ ਕਰਨ ਲਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਨੇਤਰ ਖੋਲ੍ਹੇ ਹਨ ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖਾਰ ਬਿੰਦ ਹੈ ਨਾ, ਉਹ ਖੁੱਲ੍ਹਿਆ ਹੈ ਬਚਨ ਕਰਨ ਦੇ ਲਈ। ਸਾਰੇ ਜਿੰਨੇ ਵੀ ਉੱਥੇ ਕੋਈ ਔਰਤ ਸੀ ਜਾਂ ਮਰਦ ਸੀ, ਜਿੰਨੇ ਬੱਚੇ ਬੁੱਢੇ ਜਿੰਨੇ ਵੀ ਸਨ, ਜਵਾਨ ਸਨ, ਸਭ ਵੇਖ ਕੇ ਬੜੇ ਹੈਰਾਨ ਰਹਿ ਗਏ ਵੀ ਇਹ ਖੇਡ ਕੀ ਵਰਤ ਰਹੀ ਹੈ। ਚਾਰੇ ਪਾਸੇ ਜੈ ਜੈਕਾਰ, ਜੈ ਜੈਕਾਰ ਗੁਰੂ ਨਾਨਕ ਸਾਹਿਬ ਦੀ ਕਰ ਰਹੇ। ਗੁਰੂ ਨਾਨਕ ਸਾਹਿਬ ਨੇ ਜਦੋਂ ਨੇਤਰ ਉਘਾੜ ਕੇ ਵੇਖਿਆ ਤੇ ਦੋਵੇਂ ਪੁੱਤਰ ਬਾਬਾ ਸ਼੍ਰੀ ਚੰਦ ਤੇ ਸ਼੍ਰੀ ਲਖਮੀ ਦਾਸ ਜੀ ਹੱਥ ਜੋੜੀ ਖੜੇ ਆ। ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਖੜੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਫਿਰ ਬੋਲੇ, ਕਹਿੰਦੇ ਜੇਕਰ ਭਾਈ ਦੋਵੇਂ ਪੁੱਤਰੋ, ਜੇ ਤੁਸੀਂ ਨਾ ਹੁਣ ਮੇਰੇ ਲਈ ਕੋਈ ਲੰਮੀ ਜ਼ਿੰਦਗੀ ਵੀ ਮੰਗ ਲੈਂਦੇ ਨਾ, ਤੁਸੀਂ ਜੇ ਹੁਣ ਕਹਿ ਦਿੰਦੇ ਕਿ ਮਹਾਰਾਜ ਸਾਨੂੰ ਕੋਈ 5-7 ਸਾਲ, 10 ਸਾਲ, 20 ਸਾਲ ਉਪਦੇਸ਼ ਦਿਓ ਸਾਨੂੰ, ਉਹ ਵੀ ਮਿਲ ਜਾਣੀ ਸੀ। ਪਰ ਤੁਸੀਂ ਹੁਣ 2 ਘੜੀਆਂ ਮੰਗੀਆਂ, ਚੰਗਾ ਫਿਰ 2 ਘੜੀਆਂ ਦੇ ਲਈ ਤੁਹਾਡੇ ਨਾਲ ਬਚਨ ਕਰਾਂਗੇ। ਮਹਾਰਾਜ ਕਹਿੰਦੇ ਉਹ ਵੀ ਦੇ ਦੇਣੀ ਸੀ ਇਸ ਵਕਤ, ਤੁਹਾਨੂੰ ਦੇਰੀ ਨਹੀਂ ਸੀ ਹੋਣੀ। ਪਰ ਇਹ ਜਿਹੜੀਆਂ 2 ਘੜੀਆਂ ਮੰਗੀਆਂ ਤੁਸੀਂ ਸਾਡੇ ਤੋਂ, ਕਹਿੰਦੇ ਮਹਾਰਾਜ ਕਹਿੰਦੇ ਵੀ ਇਹ ਗੱਲ ਇਹ ਹੈ ਕਿ ਪ੍ਰਮਾਤਮਾ ਦੇ ਹੁਕਮ 'ਚ ਹੀ ਹੈ, ਤੁਹਾਡੇ ਵੱਸ ਦੀ ਗੱਲ ਨਹੀਂ ਕਿ ਤੁਸੀਂ ਇਹ ਕਹਿ ਲੈਂਦੇ ਕਿ ਲੰਮਾ ਸਮਾਂ ਰਹਿ ਜਾਓ। ਕਿਉਂਕਿ ਸਾਡਾ ਹੁਣ ਜਾਣ ਦਾ, ਹੁਣ ਅਸੀਂ ਮਨ ਬਣਾ ਲਿਆ ਵੀ ਇੱਥੋਂ ਜਾਣਾ, ਜਿਹੜਾ ਕਾਰਜ ਅਸੀਂ ਕਰਨਾ ਉਹ ਕੰਮ ਅੱਗੇ ਹੁਣ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਚੱਲੇ, ਸਰੀਰ ਹੁਣ ਇਹ ਅਲੋਪ ਕਰ ਲੈਣਾ ਹੈ। ਚਲੋ 2 ਘੜੀਆਂ ਹੀ ਸਹੀ। ਮਹਾਰਾਜ ਕਹਿੰਦੇ ਤੁਹਾਡੇ ਅਧੀਨ ਨਹੀਂ, ਇਹ ਤੇ ਵਾਹਿਗੁਰੂ ਦੇ ਹੁਕਮ ਵਿੱਚ ਹੈ ਜੋ ਕੁਝ ਹੋ ਰਿਹਾ ਹੈ, ਤੇ ਜੋ ਵਾਹਿਗੁਰੂ ਕਰੇ ਉਹ ਹੀ ਹੁੰਦਾ, ਉਹ ਨਹੀਂ ਮਿਟਦਾ। ਇਹ ਤੇ ਜਪਜੀ ਸਾਹਿਬ 'ਚ ਵੀ ਲਿਖਿਆ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਉਹੀਓ ਹੁੰਦਾ ਹੈ। ਕਿਸੇ ਦੇ ਕਿਹਾ ਕਿਸੇ ਦੇ ਸੋਚਿਆ ਉਹ ਨਹੀਂ ਹੁੰਦਾ। ਜਦੋਂ ਪ੍ਰਮਾਤਮਾ ਜੋ ਕਰਨਾ ਚਾਹੇ ਉਹਦੀ ਰਜ਼ਾ ਦੇ ਖਿਲਾਫ ਕੋਈ ਜ਼ੋਰ ਲਾ ਕੇ ਕਰੇ ਤੇ ਕਰ ਨਹੀਂ ਹੁੰਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੇਟਾ ਹੁਣ ਜੋ ਤੁਹਾਡੇ ਮਨ ਵਿੱਚ ਹੈ ਉਹ ਕਰ ਲਓ ਗੱਲ ਜਿਹੜੀ ਤੁਸੀਂ ਕਰਨੀ ਹੈ। ਤੇ ਮਹਾਰਾਜ ਕਹਿੰਦੇ ਵੀ ਜਿਹੜੀ ਵੀ ਕੋਈ ਗੱਲ ਹੈ ਨਾ ਕਿਸੇ ਤਰ੍ਹਾਂ ਦੀ ਵੀ ਉਹੀ ਕਰ ਲਓ। ਹੁਣ ਪਿੱਛੇ ਨਾ ਰਹੋ। ਹਾਂ ਮਹਾਰਾਜ ਕਹਿੰਦੇ ਪ੍ਰਤੱਖ ਕਰੋ ਜਿਹੜੀ ਵੀ ਗੱਲ ਕਰਨੀ। ਪਹਿਲਾਂ ਤੁਹਾਨੂੰ ਬੁਲਾਇਆ ਸੀ ਤੁਸੀਂ ਨਹੀਂ ਆਏ, 2 ਵਾਰ ਸੱਦਿਆ ਉਦੋਂ ਆ ਜਾਂਦੇ। ਚਲੋ ਆਖਰ ਸਮੇਂ ਹੀ ਆ ਗਏ, ਇਹ ਵੀ ਚੰਗੀ ਗੱਲ ਹੈ। ਤੁਸੀਂ ਪਹਿਲਾਂ ਬੇਟਾ ਆਪਣੇ ਮਨ ਭਾਉਂਦੀਆਂ ਗੱਲਾਂ ਕੀਤੀਆਂ। ਤੁਹਾਨੂੰ ਮੈਂ ਜਿਹੜਾ ਕੰਮ ਕਹਿੰਦਾ ਸੀ ਤੁਸੀਂ ਕਦੇ ਮੰਨੀ ਨਹੀਂ ਗੱਲ। ਤੁਸੀਂ ਆਪਣੀ ਮਨਮਰਜ਼ੀ ਸ਼ਹਿਜ਼ਾਦੇਪਣੇ ਵਿੱਚ ਰਹੇ। ਗੁਰੂ ਘਰ ਦੇ ਅੰਦਰ ਸੇਵਾ ਕੀਤਿਆਂ ਮਾਣ ਮਿਲਦਾ ਹੈ। ਕੋਈ ਗੁਰੂ ਪੁੱਤਰ ਹੈ ਇੰਨੀ ਗੱਲ ਕਰਕੇ ਮਾਣ ਨਹੀਂ ਮਿਲਦਾ। ਗੁਰੂ ਘਰ ਦੇ ਅੰਦਰ ਸੇਵਾ ਤੇ ਸਿਮਰਨ ਦੀ ਮਹਾਨਤਾ ਹੈ। ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿਣ ਲੱਗੇ ਹੇ ਸੁੱਖਾਂ ਦੇ ਦਾਤੇ, ਹੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਓ, ਹੈ ਮਹਾਰਾਜ ਤੁਸੀਂ ਅੰਤਰਜਾਮੀ ਹੋ, ਤੁਸੀਂ ਸਭ ਜਾਣਦੇ ਹੋ। ਸਾਡੇ ਤਾਂ ਕਹਿਣ ਦੀ ਲੋੜ ਹੀ ਨਹੀਂ, ਸਾਡੇ ਅੰਦਰ ਦੀਆਂ ਤੁਸੀਂ ਜਾਣਦੇ। ਅਸੀਂ ਇਹ ਗੱਲ ਸਮਝ ਗਏ ਹਾਂ। ਅਸੀਂ ਜੋ ਬੋਲੀਏ ਹੋ ਸਕਦਾ ਸਾਡੇ ਬੋਲਣ ਵਿੱਚ ਕੋਈ ਗੱਲ ਰਹਿ ਗਈ ਹੋਵੇ, ਕਮੀ ਰਹਿ ਜਾਏ, ਪਰ ਤੁਸੀਂ ਤੇ ਸਾਡੇ ਅੰਦਰ ਦੀਆਂ ਵੀ ਜਾਣਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਫੇਰ ਵੀ ਬੇਟਾ ਹੁਣ ਗੱਲ ਕਰੋ ਜਿਹੜੀ ਕਰਨੀ ਹੈ। ਤੇ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਮਹਾਰਾਜ ਜੇ ਤੁਸੀਂ ਫਿਰ ਪੁੱਛਣਾ ਚਾਹੁੰਦੇ ਹੋ ਤੇ ਫਿਰ ਦੱਸ ਦਿੰਦੇ ਹਾਂ। ਗੁਰੂ ਮਹਾਰਾਜ ਜੀ ਆਮ ਦੁਨਿਆਵੀ ਚਾਲੀ ਹੈ ਕਿ ਪਿਤਾ ਦੀ ਜਿਹੜੀ ਵਸਤੂ ਹੁੰਦੀ ਹੈ ਉਹਦਾ ਪੁੱਤ ਅਧਿਕਾਰੀ ਹੁੰਦਾ ਹੈ। ਪਿਤਾ ਦੀ ਕੋਈ ਕਮਾਈ ਹੋਵੇ, ਪਿਤਾ ਦੀ ਕੋਈ ਜਾਇਦਾਦ ਹੋਵੇ, ਉਹਦਾ ਅਧਿਕਾਰ ਪੁੱਤਰ ਨੂੰ ਹੁੰਦਾ ਹੈ। ਪਰ ਮਹਾਰਾਜ ਕੀ ਅਧਿਆਤਮ ਦੀ ਦੁਨੀਆ ਦੇ ਵਿੱਚ ਐਸਾ ਨਹੀਂ ਹੈ? ਜੋ ਤੁਹਾਡੇ ਕੋਲ ਤਾਕਤਾਂ ਰਿੱਧੀਆਂ ਸਿੱਧੀਆਂ ਤੁਹਾਡੇ ਚਰਨਾਂ 'ਚ ਰੁਲਦੀਆਂ, ਜੋ ਖੰਡਾਂ ਬ੍ਰਹਿਮੰਡਾਂ ਦੀ ਡੋਰ ਤੁਹਾਡੇ ਹੱਥ 'ਚ ਸੀ, ਉਹ ਤੁਹਾਡੀ ਨਿੱਜੀ ਸੰਪਦਾ, ਕੀ ਸਾਨੂੰ ਉਹ ਨਹੀਂ ਮਿਲ ਸਕਦੀ ਸੀ? ਕੀ ਅਧਿਆਤਮ ਦੀ ਦੁਨੀਆ 'ਚ ਐਸਾ ਨਹੀਂ ਜੋ ਪਿਤਾ ਕੋਲ ਉਹੀ ਪੁੱਤ ਕੋਲ ਚੱਲ ਜੂਗਾ? ਮਹਾਰਾਜ ਕਹਿੰਦੇ ਨਾ, ਧਰਮ ਦਾ ਮਾਰਗ ਐਸਾ ਨਹੀਂ ਆ। ਦੁਨੀਆ ਦੇ ਵਿੱਚ ਕੋਈ ਚੀਜ਼ ਦੁਨੀਆਵੀ ਬੰਦੇ ਦੀ ਹੋਵੇ ਪੁੱਤ ਨੂੰ ਮਿਲ ਜਾਊ, ਪਰ ਅੰਦਰ ਆਤਮਿਕ ਤੌਰ 'ਤੇ ਪੁੱਤ ਨੂੰ ਵੀ ਪਹਿਲੀ ਪੌੜੀ ਤੋਂ ਸ਼ੁਰੂ ਹੋਣਾ ਪਊਗਾ। ਬਸ ਹਾਂ, ਉਹਨਾਂ ਦਾ ਮਾਹੌਲ, ਉਹਨਾਂ ਦੀ ਸੰਗਤ, ਉਸ ਤਰ੍ਹਾਂ ਦਾ ਕਹਿ ਲਓ ਕਿ ਵਾਤਾਵਰਨ ਜੀਵਨ ਉੱਤੇ ਜ਼ਰੂਰ ਅਸਰ ਪਾਉਂਦਾ ਹੈ। ਬੜੀ ਛੇਤੀ ਤਰੱਕੀ ਹੋ ਜਾਂਦੀ ਹੈ, ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਬਹੁਤ ਉੱਚੀਆਂ ਉੱਚੀਆਂ ਖੇਡਾਂ ਬਣ ਜਾਂਦੀਆਂ। ਤਦੇ ਸ਼੍ਰੀ ਚੰਦ ਜੀ, ਲਖਮੀ ਦਾਸ ਜੀ, ਭਾਵੇਂ ਬਹੁਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਸਦਾ ਨਹੀਂ ਸੀ ਰਹਿੰਦੇ, ਪਰ ਫਿਰ ਵੀ ਜੋ ਵਚਨ ਕਹਿ ਦਿੰਦੇ ਸਿੱਧ ਹੋ ਜਾਂਦਾ ਸੀ। ਕਿਉਂ? ਕਿਉਂਕਿ ਉਸ ਤਰ੍ਹਾਂ ਦੇ ਮਾਹੌਲ ਵਿੱਚ ਸੀ, ਉਸ ਤਰ੍ਹਾਂ ਗੁਰੂ ਸਾਹਿਬ ਦੇ ਘਰ ਵਿੱਚ ਰਹੇ। ਤਦੇ ਪ੍ਰਿਥੀ ਚੰਦ ਨੂੰ ਵੀ ਲੋਕੀ ਗੁਰੂ ਸਮਝ ਕੇ ਪੂਜਦੇ ਰਹੇ, ਉਹਦਾ ਵੀ ਵਚਨ ਪੂਰਾ ਹੋ ਜਾਂਦਾ ਰਿਹਾ। ਕਿਉਂ? ਕਿਉਂਕਿ ਮਾਹੌਲ ਤੇ ਗੁਰੂ ਘਰ ਦਾ ਮਿਲਿਆ ਸੀ। ਪਰ ਜੋ ਚੀਜ਼, ਜੋ ਅਸਲ ਤੱਤਵ ਵਸਤੂ ਹੈ, ਉਹ ਤੇ ਪੂਰਨ ਤੌਰ 'ਤੇ ਮੁਕੰਮਲ ਤੌਰ 'ਤੇ ਆਪਾਂ ਸਮਰਪਣ ਕਰਨ ਨਾਲ ਪ੍ਰਾਪਤ ਹੁੰਦੀ ਹੈ। ਅਤੇ ਜਿਹੜੀਆਂ ਆਮ ਕੋਈ ਰਿੱਧੀਆਂ ਸਿੱਧੀਆਂ ਛੋਟੀਆਂ ਮੋਟੀਆਂ ਚੀਜ਼ਾਂ, ਇਹ ਤਾਂ ਬਚਪਨ 'ਚ ਸੇਵਾ ਕਰਨ ਦੇ ਨਾਲ ਮਨ ਸਾਫ਼ ਹੁੰਦਾ, ਸ਼ੁੱਧ ਹੁੰਦਾ, ਹੁਕਮ ਵਿੱਚ ਰਹਿ ਕੇ ਪ੍ਰੇਮ ਭਾਵ ਨਾਲ ਇਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਇਉਂ ਗੁਰੂ ਜੀ ਨੇ ਉਹਨੂੰ ਆਖਿਆ, ਸਮਝਾਇਆ। ਅਤੇ ਉਹਨਾਂ ਆਖਿਆ ਮਹਾਰਾਜ ਫਿਰ ਸਾਨੂੰ ਤਾਂ ਇਉਂ ਲੱਗਦਾ ਹੈ ਜਿਵੇਂ ਅਸੀਂ ਖਾਲੀ ਹੀ ਰਹਿ ਗਏ ਹਾਂ,
क्योंकि महाराज जी भाई लहणा जी दूजे घर विच जन्मे, साडे लई ते अपने नहीं सन, बगाने सन, साडे रिश्तेदार भी नहीं सन, दूरों आए, पर वो एड्डी वड्डी बख्शिश लै गए। तुहाडी थां तुसीं उन्हां नूं अपना ही रूप बना लिया। ते महाराज जो ताकत उन्हां विच है साडे विच नहीं है। वो कला, वो शक्ति, वो खेड साडे कोल नहीं आई। ये अनोखी जी गल है महाराज। नहीं तो दुनिया दे विच जो प्यो कोल हुंदा पुत्त कोल आ ही जाता है, पर ऐसा साडे नाल क्यों नहीं होया। पर दूजे पासे भाई लहणा जी तुहाडे पुत्तर नहीं सन, तुहाडे रिश्तेदार साक संबंधी नहीं सन, उन्हां नूं वडियाई दे दित्ती तुसीं। उन्हां कोल सब कुछ तुहाडा आत्मिक जो बाला है, शक्तियां ताकतां उन्हां विच आ गईयां। महाराज असीं फिर जगत विच ये चीज़ां कित्थों प्राप्त करांगे। गुरु नानक महाराज जी ने जो वचन सुने ना, उन्हां दे मन का जो शंका सी कि भाई लहणा जी ते साडे विच फर्क की रह गया, ते उस वेले उन्हां दे मन का शंका दूर करन लई सारी संगत सुन रही सी। ते गुरु नानक देव महाराज जी ने एक वचन पावन बाणी का जो आसा की वार विच आउंदा है, वो गुरु नानक साहब ने शब्द उचारण किया। गुरु नानक साहब कहते लखां नेकियां, लखां चंगियाइयां, लख पुन्न भी कीते होण, लखां ही तप कीते होण, तीर्थां ते गया होवे, सहज योग कीता होवे ते बेवान होवे। ते लख सुरतन संग्राम रण में छुटै प्राण। कोई सूरमा होके जंग युद्ध विच भी अपना शरीर त्याग देवे, लखां सुरतियां मूँह जवानी याद कीतियां होण वेदां शास्त्रां दियां, लखां तरह के ज्ञान का ਉਹਨੂੰ ਚਾਨਣ ਹੋਵੇ, ਗਿਆਨੀ ਹੋਵੇ, ਕਈ ਸਬਜੈਕਟਾਂ ਦੀ ਜਾਣਕਾਰੀ ਹੋਵੇ, ਧਿਆਨ ਵੀ ਧਰਦਾ ਹੋਵੇ, ਪਾਠ ਇਤਿਆਦਿਕ ਪੁਰਾਣਾ ਇਤਿਆਦਿਕ ਗ੍ਰੰਥਾਂ ਦਾ ਪਾਠ ਵੀ ਕਰਦਾ ਹੋਵੇ। ਜਿਸ ਕਰਤੇ ਵਾਹਿਗੁਰੂ ਅਕਾਲ ਪੁਰਖ ਨੇ ਇਹ ਦੁਨੀਆ ਸਾਜੀ, ਆਉਣਾ ਜਾਣਾ ਬਣਾਇਆ ਹੈ। मारे गुरु नानक साहब कहते ਉਹਦੇ सामने कोई इन्ना कुछ करके भी अपनी मत जनावे ना भी मेरी मत वड्डी है, मैं आ कुछ किया है, वो किसी लेखे नहीं पैंदा। हाँ दूजे पासे वो अपनी बख्शिश अपनी मेहर कर दवे, रहमत कर दवे, ਉਹਦੇ सामने लखां नेकियां चंगियाइयां पुन लख तप तीर्थां ते घूमना, जंगलों च रहना, मैदाने जंग च शरीर त्याग देना, लखां पुराणा इत्यादक दियां वेदां दियां सुरतियां नूं याद करना, ये सब कुछ उस मेहर भरी जी दे उत्ते नज़र हो गई। उहदे सामने सारे फिक्के है। ठीक है इन्हां नूं भी कुछ फल मिलेगा, पर जिस दे उत्ते मेहर हो गई, जिस दे उत्ते नज़र हो गई, उहदे सामने उहदे बराबर इन्हां नूं रखिया नहीं जा सकदा। महाराज कहते जे कोई बंदा इन्ना कुछ करके जो कुछ उत्ते दस्या है, फिर भी मन की मत ना छड्डे। महाराज कहते सब कुछ मिल जू, पर एक परमात्मा नहीं सिद्ध होंदा, ओदी बख्शिश तो बिना खाली ही रहेगा बंदा। महाराज कहते जिन्ना समा वो वाहिगुरू दी मेहर नहीं ना है, अकाल पुरख दी। महाराज कहते मेहर तो बिना वो परमात्मा की खबर नहीं मिलती, भावें लख बंदा कम करम
ਕਿੰਨੇ ਮਰਜੀ ਕਠਨ ਤੋਂ ਕਠਨ ਤਪ ਕਰਦਾ ਰਵੇ। ਤੇ ਬਾਕੀ ਰਹੀ ਗੱਲ ਗੁਰੂ ਘਰ ਦੇ ਅੰਦਰ ਤੇ ਉਹੀਓ ਮੰਨਿਆ ਜਾਂਦਾ ਹੈ ਜੋ ਕਰਤਾਰ ਦੇ ਹੁਕਮ ਵਿੱਚ ਹੈ, ਉਹਦੇ ਭਾਣੇ ਵਿੱਚ ਹੈ। ਜੋ ਪ੍ਰਮਾਤਮਾ ਵਾਹਿਗੁਰੂ ਨੂੰ ਭਾਏਗਾ ਉਹੀ ਹੋਏਗਾ। ਕਿਸੇ ਦੇ ਜ਼ੋਰ ਕੀਤਿਆਂ, ਕਿਸੇ ਦੇ ਤਾਕਤ ਲਾਇਆ ਇਹ ਕੰਮ ਨਹੀਂ ਜੇ ਹੋਣ ਵਾਲੇ। ਤੇ ਮਹਾਰਾਜ ਕਹਿੰਦੇ ਲੈਣਾ ਦੇਣਾ ਸਭ ਉਹਦੇ ਹੁਕਮ ਵਿੱਚ ਵਾਹਿਗੁਰੂ ਦੇ, ਹੋਰ ਕਿਸੇ ਦੇ ਹੱਥ ਵਿੱਚ ਉਹਨੇ ਨਹੀਂ ਰੱਖਿਆ। ਦੋਵੇਂ ਪੁੱਤਰਾਂ ਨੇ ਗੱਲ ਜਦੋਂ ਸੁਣੀ ਤੇ ਦੋਵਾਂ ਦੇ ਚਿਹਰੇ ਸੀ ਜਿਹੜੇ ਥੋੜੇ ਜਿਹੇ ਫਿੱਕੇ ਜਿਹੇ ਪੈ ਗਏ ਹਨ। ਫਿਰ ਵੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਅੱਗੇ, ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ, ਹੇ ਮਹਾਰਾਜ, ਸਾਡਾ ਕੀ ਹੁਣ ਚਾਰਾ ਇਹਦੇ ਵਿੱਚ ਦੱਸੋ। ਮਹਾਰਾਜ ਜੋ ਤੁਹਾਨੂੰ ਪਾਉਂਦਾ ਹੈ ਉੱਦਾਂ ਹੀ ਹੋਣਾ। ਸਾਡੀ ਜਿੰਨੀ ਕੁ ਸੇਵਾ, ਜਿੱਥੇ ਸਾਡੀ ਡਿਊਟੀ ਅਸੀਂ ਕਰ ਰਹੇ ਹਾਂ, ਸਾਡੇ ਤਾਂ ਹੱਥ ਵਿੱਚ ਹੈ ਨਹੀਂ। ਜਿੱਦਾਂ ਦੀ ਸਾਨੂੰ ਸੇਵਾ ਲਈ ਅਸੀਂ ਕਰੀ ਜਾਂਦੇ, ਜਿਵੇਂ ਤੁਹਾਨੂੰ ਪਾਉਣਾ ਹੈ ਹੋਣਾ ਤੇ ਉਸੇ ਤਰ੍ਹਾਂ ਹੈ। ਪਰ ਮਹਾਰਾਜ ਲੋਕਾਂ ਨੇ ਸਾਨੂੰ ਨਿੰਦਣਾ ਬੜਾ ਹੈ, ਸਾਨੂੰ ਲੋਕਾਂ ਨੇ ਬਹੁਤ ਮਾੜਾ ਕਹਿਣਾ ਹੈ ਕਿ ਅਸੀਂ ਤੁਹਾਡੇ ਕੋਲੋਂ ਕੁਝ ਲੈ ਨਾ ਸਕੇ, ਖਾਲੀ ਹੀ ਰਹਿ ਗਏ। ਕਿਸੇ ਨੇ ਮਾਨ ਸਨਮਾਨ ਪਿਆਰ ਸਤਿਕਾਰ ਵੀ ਨਹੀਂ ਦੇਣਾ, ਇੰਨੀ ਨਰਾਦਰੀ ਹੋ ਜਾਏਗੀ। ਮਹਾਰਾਜ ਸਾਨੂੰ ਚਲੋ ਕਿਸੇ ਚੀਜ਼ ਦੀ ਭੇਟਾ ਦੀ ਵੀ ਲੋੜ ਨਹੀਂ, ਮਾਣ ਸਨਮਾਨ ਦੀ ਵੀ ਨਹੀਂ, ਮਹਾਰਾਜ ਤੁਹਾਡੇ ਨਾਮ ਦੀ ਲਾਜ ਹੈ। ਲੋਕਾਂ ਨੇ ਕਹਿਣਾ ਗੁਰੂ ਨਾਨਕ ਦੇਵ ਮਹਾਰਾਜ ਦੇ ਪੁੱਤਰ ਕਿੰਨੇ ਇੱਦਾਂ ਦੇ ਨਿਕਲੇ ਆਏ ਕਿ ਹੁਕਮ 'ਚ ਹੀ ਨਹੀਂ ਚੱਲੇ। ਮਹਾਰਾਜ ਇਹ ਤੇ ਤੁਹਾਡੇ ਨਾਮ ਦੀ ਲਾਜ ਹੈ ਜੀ। ਇਹ ਆਖਣ ਲੱਗੇ ਤੇ ਇਉਂ ਕਹਿ ਕੇ ਚੁੱਪ ਕਰ ਰਹੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਫਿਰ ਬੋਲੇ। ਗੁਰੂ ਨਾਨਕ ਸਾਹਿਬ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ, ਕਹਿੰਦੇ ਬੇਟਾ ਸ਼੍ਰੀ ਚੰਦ ਲਖਮੀ ਦਾਸ ਸੁਣੋ ਸਾਡੀ ਗੱਲ। ਮਹਾਰਾਜ ਕਹਿੰਦੇ ਘਾਟ ਥੋੜਾ ਕਿਸੇ ਚੀਜ਼ ਦੀ, ਤੁਸੀਂ ਆਖਰ ਗੁਰੂ ਘਰ ਦੀ ਸੰਗਤ ਵਿੱਚ ਰਹੇ ਹੋ ਇੰਨੇ ਸਾਲ, ਚਲੋ ਲੈਣਾ ਜੀ ਦੇ ਬਰਾਬਰ ਨਹੀਂ ਪਹੁੰਚ ਸਕੇ, ਸਾਰੇ ਇੱਕੋ ਜਿਹੇ ਨਹੀਂ ਹੋਇਆ ਕਰਦੇ, ਪਰ ਤੁਸੀਂ ਕੋਈ ਇੱਦਾਂ ਦਾ ਕੰਮ ਵੀ ਨਹੀਂ ਕੀਤਾ ਕਿ ਤੁਹਾਡੇ ਤੇ ਮੇਰੀ ਕੋਈ ਬਹੁਤੀ ਵੱਡੀ ਨਾਰਾਜ਼ਗੀ ਆ। ਤੁਸੀਂ ਕੋਈ ਮੇਰੇ ਵਿਰੋਧ 'ਚ ਵੀ ਨਹੀਂ ਗਏ, ਕੋਈ ਇੱਦਾਂ ਦਾ ਕੰਮ ਵੀ ਨਹੀਂ ਕੀਤਾ ਜੀ ਤੋਂ ਮੈਂ ਰੋਕਿਆ ਹੋਵੇ ਤੇ ਤੁਸੀਂ ਵਿਰੋਧ ਵਿੱਚ ਜਾ ਕੇ ਸਾਡੇ ਸਿੱਖਾਂ ਦੇ ਨਾਲ, ਸੰਗਤ ਨਾਲ ਲੜਦੇ ਹੋਵੋ। ਠੀਕ ਹੈ, ਪਰਖ ਸੀ ਤੁਹਾਡੇ ਨਾਲ ਲਹਿਣਾ ਜੀ ਦੀ ਅਤੇ ਤੁਹਾਡੀ, ਤੁਸੀਂ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕੇ, ਪਰ ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਤੁਸੀਂ ਕਿਸੇ ਕੰਮ ਦੇ ਨਹੀਂ। ਤੁਹਾਡੇ 'ਚ ਵੀ ਬੜੀਆਂ ਤਾਕਤਾਂ, ਕਰਾਮਾਤਾਂ, ਰਿੱਧੀਆਂ ਸਿੱਧੀਆਂ ਸਭ ਕੁਝ ਆਵੇਗਾ। ਤੇ ਮਹਾਰਾਜ ਕਹਿੰਦੇ ਧਨ ਦੀ, ਕੱਪੜੇ ਦੀ, ਕਿਸੇ ਚੀਜ਼ ਦੀ ਕਮੀ ਤੁਹਾਨੂੰ ਵੀ ਨਹੀਂ ਆਵੇਗੀ। ਗੁਰੂ ਨਾਨਕ ਸਾਹਿਬ ਨੇ ਆਖਿਆ ਗੱਲ ਸੁਣੋ ਬੇਟਾ, ਗੁਰੂ ਘਰ ਦੇ ਤਾਂ ਕੁੱਤਾ ਵੀ ਹੋਵੇ ਨਾ, ਕੁੱਤਾ, ਦੇਖੋ ਕਿੱਡੀ ਵੱਡੀ ਗੱਲ ਹੈ, ਸੁਣ ਲਿਓ ਧਿਆਨ ਨਾਲ। ਗੁਰੂ ਪੀਰ ਕੇ ਜੋ ਹੈ ਸੁਆਨਾ, ਗੁਰੂ ਘਰ ਦੇ ਗੁਰੂ ਪੀਰਾਂ ਦੇ ਕੁੱਤੇ ਵੀ ਹੁੰਦੇ ਨਾ ਜਿਹੜੇ। ਗੁਰੂ ਜੀ ਕਹਿੰਦੇ ਲੋਕੀ ਤੇ ਕੁੱਤਿਆਂ ਦੀ ਵੀ, ਗੁਰੂ ਘਰ ਦੇ ਕੁੱਤਿਆਂ ਦੀ ਵੀ ਸੇਵਾ ਕਰਦੇ ਆ। ਗੁਰੂ ਘਰ ਦਾ ਕੂਕਰ ਹੈ। ਕਬੀਰ ਜੀ ਨੇ ਵੀ ਆਪਣੇ ਆਪ ਨੂੰ ਪਰਮਾਤਮਾ ਦਾ ਕੂਕਰ ਹੀ ਆਖਿਆ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਉ, ਉਹਨਾਂ ਨੇ ਆਪਣੇ ਆਪ ਨੂੰ ਕੂਕਰ ਆਖਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਾਵਨ ਬਾਣੀ ਵਿੱਚ ਆਖਿਆ ਹੈ, ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕੁੱਕਰ ਹੋਣਾ ਗੁਰੂ ਘਰ ਦਾ ਬਹੁਤ ਵੱਡੀ ਗੱਲ ਹੈ। ਤਾਂ ਮਹਾਰਾਜ ਕਹਿੰਦੇ ਗੁਰੂ ਘਰ ਦੇ ਕੁੱਤੇ ਵੀ ਹੋਣ, ਕੁੱਤਿਆਂ ਦਾ ਵੀ ਮਾਣ ਹੈ। ਤੇ ਮਹਾਰਾਜ ਕਹਿੰਦੇ ਬੇਟਾ ਤੁਸੀਂ ਤੇ ਮੇਰੇ ਪੁੱਤਰ ਹੋ, ਤੁਸੀਂ ਤੇ ਕੋਈ ਵਿਰੋਧ ਵੀ ਗੁਰੂ ਘਰ ਦਾ ਨਹੀਂ ਕੀਤਾ,
ਤੁਸੀਂ ਦੁਸ਼ਮਣ ਥੋੜਾ ਸਾਡੇ। ਨਹੀਂ ਭਾਈ ਲਹਿਣੇ ਦੇ ਬਰਾਬਰ ਪਹੁੰਚ ਸਕੇ, ਪਹੁੰਚ ਵੀ ਨਹੀਂ ਸੀ ਸਕਣੇ। ਇਹ ਤਾਂ ਇੱਕ ਕੌਤਕ ਸੀ, ਦਿਖਾਉਣਾ ਸੀ ਦੁਨੀਆ ਨੂੰ ਕਿ ਕੱਲ੍ਹ ਨੂੰ ਤੁਹਾਡੇ ਮਨ 'ਚ ਨਾ ਆਵੇ, ਪਰਿਵਾਰ ਦੇ ਨਾ ਆਵੇ ਵੀ ਇਹਨਾਂ ਨੂੰ ਕਿਉਂ ਨਹੀਂ ਦਾਤ ਮਿਲੀ। ਮਹਾਰਾਜ ਕਹਿੰਦੇ ਇਹ ਨਹੀਂ, ਪਰ ਗੱਲ ਇਹ ਹੈ ਕਿ ਅਸਲ ਗੱਲ ਇਹ ਹੈ ਕਿ ਲਹਿਣਾ ਜੀ ਤੇ ਧੁਰੋਂ ਮਿਹਰ ਲੈ ਕੇ ਆਏ ਹਨ। ਲਹਿਣਾ ਜੀ ਹਨ ਜਿਹੜੇ, ਇਹਦੇ ਸਾਹਮਣੇ ਨੇਕੀਆਂ, ਤਪ, ਗੁਣ ਕੁਛ ਮੁੱਲ ਨਹੀਂ ਰੱਖਦੇ। ਭਾਵੇਂ ਤੁਸੀਂ ਲੱਖ ਨੇਕੀਆਂ ਕਰ ਲੈਂਦੇ, ਲੱਖਾਂ ਗੁਣ ਹੁੰਦੇ ਤੁਹਾਡੇ ਸਾਹਮਣੇ। ਭਾਵ ਇਹ ਹੈ ਕਿ ਉਹ ਧੁਰੋਂ ਇਸ ਪਦਵੀ ਦੀ ਕਮਾਲਤਾ, ਪ੍ਰਵੀਨਤਾ, ਯੋਗਤਾ, ਅਲੂਹੀਅਤ ਲੈ ਕੇ ਆਏ ਹਨ। ਤੁਸੀਂ ਕੇਵਲ ਯਤਨ ਕਰਨੇ ਹਾਰੇ ਹੋ। ਤੁਸੀਂ ਯਤਨ ਕੀਤੇ, ਪਰ ਉਹ ਕਰਤਾਰ ਦੀ ਆਗਿਆ ਮੂਜਬ ਸ਼੍ਰੀ ਲਹਿਣਾ ਜੀ ਨੇ ਗੱਦੀ ਪਾਈ ਹੈ, ਉਹਨਾਂ ਨੂੰ ਮਿਲਣੀ ਸੀ। ਇਹਦੇ ਵਿੱਚ ਇਉਂ ਨਾ ਸਮਝੋ ਕਿ ਤੁਸੀਂ ਕੋਈ ਫੇਲ ਹੋ ਗਏ ਜਾਂ ਪਿੱਛੇ ਰਹਿ ਗਏ ਹੋ। ਮਹਾਰਾਜ ਕਹਿਣ ਲੱਗੇ, ਕਹਿੰਦੇ ਤੁਹਾਨੂੰ ਇਹ ਕਿਉਂ ਸਮਝਦੇ ਤੁਸੀਂ ਸਾਡੇ ਪੁੱਤਰ, ਤੁਹਾਡਾ ਨਿਰਾਦਰ ਕਿਉਂ ਹੋਏਗਾ? ਤੁਹਾਡਾ ਵੀ ਮਾਣ ਹੋਏਗਾ, ਤੁਹਾਨੂੰ ਵੀ ਪੂਰਾ ਮਾਨ ਸਨਮਾਨ ਮਿਲੇਗਾ। ਮਹਾਰਾਜ ਕਹਿੰਦੇ ਕਰਾਮਾਤ ਤੁਹਾਡੇ 'ਚ ਵੀ ਹੋਏਗੀ, ਤੁਹਾਡੇ 'ਚ ਕਿਹੜਾ ਕਮੀ ਹੈ ਕਿਸੇ ਚੀਜ਼ ਦੀ। ਸਾਡੇ ਸਿੱਖ ਵੀ ਸਤਿਕਾਰ ਕਰਨਗੇ ਤੁਹਾਡਾ। ਪੰਥ ਦੇ ਵਿੱਚ ਇਉਂ ਥੋੜ੍ਹਾ ਵੀ ਤੁਹਾਡਾ ਨਿਰਾਦਰ ਹੋਏਗਾ। ਤੁਸੀਂ ਕਿਹੜਾ ਕੋਈ ਗੁਨਾਹ ਕੀਤਾ, ਐਬ ਕੀਤਾ? ਨਹੀਂ ਭਾਈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਸਾਡੀ ਵੰਸ਼ ਕੁਲ ਕਰਕੇ ਤੁਹਾਡਾ ਸਤਿਕਾਰ ਰਹਿਣਾ ਹੀ ਹੈ। ਬੇਟਾ ਜੋ ਪੁੱਤਰ ਹੈ ਉਹ ਪੁੱਤਰ ਹੈ, ਪੁੱਤਰ ਦੀ ਆਪਣੀ ਜੋ ਮਾਨ ਸਨਮਾਨ ਹੈ। ਤੇ ਪਰ ਭਾਈ ਲਹਿਣਾ ਜੀ ਦੇ ਬਰਾਬਰ ਨਹੀਂ ਪਹੁੰਚ ਸਕਦਾ ਕੋਈ। ਉਹ ਆਪਣੀ ਜਗ੍ਹਾ ਹਨ, ਉਹ ਗੁਰੂ ਅੰਗਦ ਹਨ, ਉਹ ਗੁਰੂ ਕਰਕੇ ਉਹਨਾਂ ਦਾ ਸਤਿਕਾਰ। ਤੁਸੀਂ ਗੁਰੂ ਨਹੀਂ, ਤੁਸੀਂ ਪੁੱਤਰ ਹੋ, ਤੁਹਾਡਾ ਪੁੱਤਰਾਂ ਕਰਕੇ ਮਾਣ ਬਣਿਆ ਰਹੇਗਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਸੁਣੋ ਪ੍ਰੰਤ ਜੋ ਸ਼ਬਦ ਵਡਾਈ। ਬੇਟਾ ਜੋ ਸ਼ਬਦ ਦੀ, ਜੋ ਬਾਣੀ ਦੀ ਵਡਿਆਈ ਹੈ, ਜੋ ਗੁਰਬਾਣੀ ਦੀ ਦਾਤ ਹੈ, ਉਹ ਕੇਵਲ ਗੁਰੂ ਅੰਗਦ ਦੇਵ ਸਾਹਿਬ ਕੋਲ ਹੈ। ਜੋ ਸ਼ਬਦ ਦੀ ਕਰਾਮਾਤ ਹੈ, ਉਹ ਕਰਾਮਾਤ ਗੁਰੂ ਅੰਗਦ ਦੇਵ ਕੋਲ ਹੀ ਹੈ। ਤੁਹਾਡੇ ਕੋਲ ਗੁਰੂ ਘਰ ਦੀ ਸੇਵਾ, ਗੁਰੂ ਘਰ ਦੇ ਪੁੱਤਰ ਹੋਣ ਦੇ ਨਾਤੇ ਤੁਹਾਡੇ ਕੋਲ ਵੀ ਦਾਤਾਂ ਹੋਣਗੀਆਂ, ਪਰ ਜੋ ਵਡਿਆਈ ਸ਼ਬਦ ਦੀ ਹੈ, ਜੋ ਵਡਿਆਈ ਪ੍ਰਮਾਤਮਾ ਦੇ ਘਰੋਂ ਸਾਨੂੰ ਪ੍ਰਾਪਤ ਹੋਈ ਹੈ, ਉਹ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਪ੍ਰਾਪਤ ਕੀਤੀ ਹੈ। ਉਹਨਾਂ ਕੋਲ ਹੀ ਸਭ ਖਜ਼ਾਨੇ ਹੋਣਗੇ। ਬੇਟਾ ਹਿਰਦੇ ਵਿੱਚ ਵਿਚਾਰ ਲਓ, ਇਹ ਗੱਲ ਨੂੰ ਚੰਗੀ ਤਰ੍ਹਾਂ ਦੇਖ ਲਓ, ਵਾਚ ਲਓ, ਜਾਣ ਲਓ। ਤੇ ਮਹਾਰਾਜ ਨੇ ਆਖਿਆ ਜੋ ਲੀਨੀ ਕੀ ਘਾਲ ਵਿਸ਼ੇਖੀ, ਉਹਨਾਂ ਨੇ ਬਹੁਤ ਵੱਡੀ ਘਾਲਣਾ ਹੈ ਉਹਨਾਂ ਦੀ, ਉਹਦੇ ਪਿੱਛੇ ਸੇਵਾ ਵੀ ਹੈ ਔਰ ਪਿੱਛੋਂ ਪ੍ਰਮਾਤਮਾ ਦੀ ਮਿਹਰ, ਰੱਬੀ ਹੁਕਮ ਵੀ ਹੈ। ਇਸ ਲਈ ਫਿਰ ਤੁਸੀਂ ਕਹਿ ਵੀ ਨਹੀਂ ਸਕਦੇ ਉਹਦੇ ਬਰਾਬਰ ਭਾਈ ਲੈਣੇ ਦੇ। ਦੁਨਿਆਵੀ ਤੌਰ 'ਤੇ ਵੀ ਉਹ ਤੁਹਾਡੇ ਤੋਂ ਵੱਧ ਹੀ ਰਹੇ, ਉੱਤੇ ਹੀ ਰਹੇ। ਸੇਵਾ ਕੀਤੀ, ਆਪਣਾ ਆਪਾ ਗਵਾ ਕੇ ਹੰਕਾਰ ਰੰਚਕ ਮਾਤਰ ਉਹਨਾਂ ਨੇ ਕਿਸੇ ਸੇਵਾ ਦਾ ਨਾ ਕੀਤਾ। ਜਿਹਨੂੰ ਹਮੇਸ਼ਾ ਹੀ ਸੇਵਾ ਪਿਆਰੀ ਲੱਗਦੀ ਸੀ, ਕਦੇ ਹੁਕਮ ਮੋੜਿਆ ਨਹੀਂ, ਹਮੇਸ਼ਾ ਬਚਨ ਨੂੰ ਸੱਤ ਕਰਕੇ ਜਾਣਿਆ ਮੰਨਿਆ। ਬੇਟਾ ਉਹਨਾਂ ਨੇ ਕਦੇ, ਦੇਖੋ ਤੁਹਾਨੂੰ ਵੀ ਪਤਾ ਹੈ, ਆਗਿਆ ਵਿੱਚ ਦੇਰੀ ਨਹੀਂ ਕੀਤੀ। ਤੁਸੀਂ ਇਹਨੂੰ ਬਚਪਨਾ ਲਾ ਲਓ, ਇਹਨੂੰ ਸ਼ਹਿਜ਼ਾਦਾਪਣਾ ਲਾ ਲਓ, ਇਹਨੂੰ ਅਗਿਆਨਤਾ ਲਾ ਲਓ, ਜੋ ਵੀ ਲਾ ਲਓ, ਪਰ ਤੁਸੀਂ ਬਹੁਤ ਵਾਰ ਲਹਿਣਾ ਜੀ ਦੇ ਬਰਾਬਰ ਖਰੇ ਨਹੀਂ ਉਤਰ ਸਕੇ। ਆਗਿਆ ਉਹਨਾਂ ਦੀ ਤਰ੍ਹਾਂ ਨਹੀਂ ਮੰਨੀ ਤੁਸੀਂ। ਤੇ ਮਹਾਰਾਜ ਕਹਿਣ ਲੱਗੇ ਸੁਧੀ ਹੋਏ ਅਥਵਾ ਵਿਪਰੀਤੀ। ਭਾਵੇਂ ਉਹਨਾਂ ਨੂੰ ਕੋਈ ਚੰਗੀ ਸੇਵਾ ਆਖੀ, ਭਾਵੇਂ ਕੋਈ ਇਸ ਤਰ੍ਹਾਂ ਦੀ ਸੇਵਾ ਵੀ ਆਖੀ ਕਿ ਚੱਕੜ ਦੇ ਵਿੱਚੋਂ ਲੋਟਾ ਚੁੱਕ ਲਓ, ਗੰਦੇ ਦੇ ਵਿੱਚੋਂ, ਉਹ ਵੀ ਉਹਨਾਂ ਚੁੱਕੀ। ਦਿਨ ਨੂੰ ਰਾਤ ਕਿਹਾ, ਉਹਨਾਂ ਰਾਤ ਮੰਨ ਲਈ। ਰਾਤ ਨੂੰ ਦਿਨ ਕਿਹਾ, ਉਹਨਾਂ ਦਿਨ ਮੰਨ ਲਿਆ। ਉਹਨਾਂ ਨੂੰ ਦਰਖਤ 'ਤੇ ਚੜ੍ਹ ਕੇ ਟਾਹਣੇ ਹਿਲਾਉਣ ਲਈ ਆਖਿਆ, ਮਠਿਆਈਆਂ ਝਾੜੋ। ਉਹਨਾਂ ਇਹ ਨਹੀਂ ਆਖਿਆ ਮਠਿਆਈਆਂ ਦਰਖਤ ਤੋਂ ਕਿਵੇਂ ਝੜਨਗੀਆਂ। ਉਹਨਾਂ ਇਹ ਆਖਿਆ ਮੇਰੇ ਗੁਰੂ ਨੇ ਆਖਿਆ ਅਤੇ ਬਸ ਮੈਂ ਉਹ ਹੁਕਮ ਮਨਾਉਣਾ। ਮੈਨੂੰ ਨਹੀਂ ਪਤਾ ਦਰਖਤ ਤੋਂ
ਮਠਿਆਈਆਂ ਝੜਨੀਆਂ ਕਿ ਤੁੱਕੇ ਝੜਨੇ ਕਿ ਪੱਤੇ ਝੜਨੇ। ਹੁਕਮ ਮੰਨਣ ਦੀ ਵੱਡੀ ਖੇਡ ਹੁੰਦੀ ਹੈ ਜੋ ਉਹਨਾਂ ਮੰਨੀ ਹੈ। ਹੋਰ ਬੜੇ ਗੁਣ ਹਨ ਗੁਰੂ ਅੰਗਦ ਦੇਵ ਜੀ ਦੇ, ਤੁਸੀਂ ਜਾਣਦੇ ਹੋ। ਗੁਰੂ ਨਾਨਕ ਸਾਹਿਬ ਨੇ ਆਖਿਆ, ਇਉਂ ਸਾਰੀਆਂ ਗੱਲਾਂ ਦੇ ਜਵਾਬ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥੋੜ੍ਹਾ ਸਮਾਂ ਹੋਰ ਉਹਨਾਂ ਨੂੰ ਦਰਸ਼ਨ ਦਿੱਤੇ। ਹਜ਼ਾਰਾਂ ਹੀ ਲੋਕ ਆਲੇ ਦੁਆਲੇ ਖੜੇ ਹੱਥ ਜੋੜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੋ ਪ੍ਰਮਾਤਮਾ ਵਰਗੇ ਹੀ ਹਨ, ਉਹ ਸੰਗਤਾਂ ਦੇ ਵਿੱਚ ਬੈਠੇ ਹਨ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੁਖ ਦੇਖ ਰਹੇ ਸਾਰੇ ਗੁਰਸਿੱਖ ਇਉਂ ਦਰਸ਼ਨ ਕਰਕੇ ਨਿਹਾਲ ਹੋ ਰਹੇ। ਮਹਾਰਾਜ ਜੀ ਦੇ ਚਿਹਰੇ ਦੀ ਜੋ ਆਭਾ ਹੈ, ਪ੍ਰਕਾਸ਼ ਹੈ, ਸੁੰਦਰਤਾ ਹੈ, ਬੜੀ ਵਿਸ਼ਾਲ ਹੈ, ਸ਼ੋਭਾ ਵਾਲੀ ਹੈ। ਮੰਨੋ ਕਿ ਜਿਵੇਂ ਚੜ੍ਹਦੇ ਸੂਰਜ ਦਾ ਤੇਜਮਈ ਪ੍ਰਕਾਸ਼ ਹੁੰਦਾ ਹੈ ਨਾ, ਪ੍ਰਚੰਡਮਈ, ਇਉਂ ਮਹਾਰਾਜ ਜੀ ਦਾ ਚਿਹਰਾ, ਉਹਨਾਂ ਦੀ ਆਭਾ, ਉਹਨਾਂ ਦੀ ਸ਼ੋਭਾ ਐਸੀ ਨਿਰਾਲੀ ਵਿਲੱਖਣ ਹੈ। ਤੇ ਮੰਨੋ ਕਿ ਜਿਵੇਂ ਉਧਰੋਂ ਸੂਰਜ ਕਿਰਨਾਂ ਮਾਰਦਾ ਹੁੰਦਾ, ਇੱਧਰੋਂ ਗੁਰੂ ਜੀ ਦਾ ਚਿਹਰਾ ਮੰਨੋ ਬ੍ਰਹਮ ਗਿਆਨ ਦੀਆਂ ਦਾਤਾਂ ਰੂਪੀ ਕਿਰਨਾਂ ਦੇ ਰਿਹਾ ਹੋਵੇ। ਗੁਰਮੁਖ ਗੁਰਸਿੱਖ ਸੇਵਕਾਂ ਦੇ ਹਿਰਦੇ ਰੂਪੀ ਕੌਲ ਫੁੱਲ ਖਿੜ ਰਹੇ ਹਨ। ਗੁਰੂ ਜੀ ਦੇ ਨੇਤਰ ਕਿਰਪਾ ਰਸ ਨਾਲ ਭਰੇ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰ ਦੇ ਭਰੇ ਹੋਏ ਨੇਤਰ ਰਸਮਈ ਬ੍ਰਹਮ ਗਿਆਨ ਦੀਆਂ ਦਾਤਾਂ ਵੰਡ ਰਹੇ। ਸਾਰੀਆਂ ਸੰਗਤਾਂ ਤੇ ਮਿਹਰ ਭਰੀ ਦ੍ਰਿਸ਼ਟੀ ਮਹਾਰਾਜ ਨੇ ਕੀਤੀ, ਸਭਨਾਂ ਨੂੰ ਕਿਰਤਾਰਥ ਕੀਤਾ ਹੈ। ਸਭਨਾਂ ਦਾ ਆਉਣਾ ਸਫਲ ਹੋਇਆ, ਸਭਨਾਂ ਦੀਆਂ ਕਦਮ ਕਦਮ ਲੇਖੇ ਵਿੱਚ ਲੱਗਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਗੁਰਸਿੱਖਾਂ ਵੱਲ ਬੜੇ ਪ੍ਰੇਮ ਭਰੇ ਲਹਿਜੇ ਨਾਲ ਤੱਕਿਆ ਹੈ। ਉਸ ਵੇਲੇ ਬਾਬਾ ਬੁੱਢਾ ਜੀ ਵੀ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਖੜੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵੱਲ ਉਹਨਾਂ ਨੇ ਸਾਧ ਸੰਗਤ ਜੀ ਦ੍ਰਿਸ਼ਟੀ ਲਾਈ ਹੋਈ ਹੈ, ਮਹਾਰਾਜ ਵੱਲ ਤੱਕ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਵੀ ਆਖਿਆ, ਭਾਈ ਬੁੱਢਾ ਜੀ ਹੁਣ ਦਿਓ ਆਗਿਆ, ਚੱਲੀਏ ਹੁਣ। ਪ੍ਰੇਮ ਚ ਮਹਾਰਾਜ ਨੇ ਆਖਿਆ, ਆਗਿਆ ਤੇ ਹੁਕਮ ਪ੍ਰਮਾਤਮਾ ਦਾ ਹੀ ਹੈ, ਹੁਣ ਫਿਰ ਇੰਨਾ ਵਿਰਾਗ ਨਾ ਕਰੋ, ਇੰਨਾ ਵਿਰਾਗ ਠੀਕ ਨਹੀਂ, ਜਾਣ ਦਿਓ ਸਾਨੂੰ। ਦੱਸੋ ਕੋਈ ਵਚਨ ਹੋਵੇ, ਰਹਿੰਦਾ ਹੋਵੇ ਦਿਲ ਦੇ ਵਿੱਚ। ਉਹਨਾਂ ਆਖਿਆ, ਮਹਾਰਾਜ ਤੁਸੀਂ ਸਾਰੀ ਜ਼ਿੰਦਗੀ ਵਚਨ ਕੀਤੇ, ਨਿਹਾਲ ਕੀਤਾ, ਕੋਈ ਕਮੀ ਰਹੀ ਹੋ ਨਾ, ਪਰ ਜੀਵਨ ਦੇ ਅੰਦਰ ਜਿਵੇਂ ਇਉਂ ਗੱਲ ਬਣੀ ਕਿ ਤੁਹਾਡੇ ਬਚਨਾਂ ਬਿਨਾਂ ਅੰਦਰਲਾ ਟਿਕਦਾ ਨਹੀਂ। ਬਸ ਤੁਹਾਡੇ ਬਚਨ ਮਿੱਠੇ ਮਨ ਨੂੰ ਮੋਹਦੇ ਹਨ। ਕਿਰਪਾ ਕਰੋ, ਜਾਂਦੇ ਜਾਂਦੇ ਸਰੀਰਕ ਤੌਰ 'ਤੇ ਜਾਂਦੇ ਸਾਨੂੰ ਵਾਹਿਗੁਰੂ ਗੁਰਮੰਤਰ ਬਾਰੇ ਸੋਝੀ ਬਖਸ਼ ਜਾਓ, ਤਾਂ ਕਿ ਸਾਰੀ ਸੰਗਤ ਜਿੰਨੀ ਆਈ ਹੈ ਇਹ ਸੰਗਤ ਵੀ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਨਾਲ ਜੁੜ ਜਾਏ। ਹੇ ਮਹਾਰਾਜ, ਸਭ ਸਿੱਖਾਂ ਦੀ ਇੱਛਾ ਹੈ। ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ, ਜਿਹੜਾ ਸਤਨਾਮ ਸ਼੍ਰੀ ਵਾਹਿਗੁਰੂ ਸਭ ਤੋਂ ਉੱਤਮ ਹੈ। ਮਹਾਰਾਜ ਤੁਸੀਂ ਸਤਨਾਮ ਵਾਹਿਗੁਰੂ ਦਾ ਮੰਤਰ ਸਭ ਗੁਰਸਿੱਖ ਮਾਈ ਭਾਈ ਨੂੰ ਦਿੱਤਾ ਹੈ, ਸਭਨਾਂ ਨੂੰ ਸਿਮਰਨ ਸਤਨਾਮ ਵਾਹਿਗੁਰੂ ਦੇ ਨਾਲ ਨਵਾਜਿਆ ਹੈ। ਔਰ ਤੁਸੀਂ ਵਚਨ ਕੀਤਾ ਕਿ ਗੁਰਸਿੱਖ ਅੱਠੇ ਪਹਿਰ ਨਾਮ ਨਾਲ ਜੁੜੇ। ਜਦੋਂ ਵੀ ਉਹਦੇ ਕੋਲ ਸਮਾਂ ਹੈ, ਮੌਕਾ ਹੈ, ਸੁਰਤ ਨੂੰ ਜੋੜਨ ਦਾ ਯਤਨ ਕਰੇ। ਔਰ ਐਸਾ ਵੀ ਸਮਾਂ ਆਏਗਾ ਕਿ ਅੱਠੇ ਪਹਿਰ ਗੁਰੂ ਕਾ ਸਿੱਖ ਨਾਮ ਵਿੱਚ ਭੇਦ ਹੋ ਜਾਏਗਾ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਹ ਜਿਹੜਾ ਸਿਮਰਨ ਦੇ ਨਾਲ ਐਸਾ ਪਦ ਮਿਲਦਾ ਹੈ ਜੋ ਸੁਖਦਾਈ ਹੈ, ਐਸੀ ਪਦਵੀ ਮਿਲਦੀ ਹੈ ਜਿਹਨੂੰ ਮੁਕਤ ਦੀ ਪਦਵੀ ਕਿਹਾ ਜਾਂਦਾ ਹੈ, ਮੋਕਸ਼ ਪਦਵੀ ਨਾਮ ਨਾਲ ਪ੍ਰਾਪਤ ਹੁੰਦੀ ਹੈ। ਕਿਰਪਾ ਕਰੋ ਸੰਗਤ ਬੈਠੀ ਹੈ, ਆਪ ਜੀ ਆਪਣੇ ਮੁਖਾਰਬਿੰਦ ਤੋਂ ਜਾਂਦਿਆਂ ਜਾਂਦਿਆਂ ਇਸ ਵਾਹਿਗੁਰੂ ਗੁਰਮੰਤਰ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ ਜਾਓ ਜੀ, ਤਾਂ ਕਿ ਸਾਰੇ ਸਿੱਖ ਸੇਵਕ ਆਪ ਦੇ ਮੁਖਾਰਬਿੰਦ ਤੋਂ ਵਾਹਿਗੁਰੂ ਗੁਰਮੰਤਰ ਵੀ ਸੁਣ ਲੈਣ ਤੇ ਉਹਨਾਂ ਦਾ ਭਲਾ ਵੀ ਹੋ ਜਾਵੇ। ਅੰਤ ਸਮੇਂ ਦਾ ਤੁਹਾਡਾ ਦਰਸ਼ਨ ਹੈ ਇਹ ਮਹਾਰਾਜ। ਹੁਣ ਬਚਨ ਇਹੀ ਕਰੋ ਸਿਮਰਨ ਦਾ ਹੀ, ਆਪ ਜੀ ਸਾਨੂੰ ਉਪਦੇਸ਼ ਦੇ ਕੇ ਜਾਓ ਤਾਂ ਕਿ ਅਸੀਂ ਮਹਾਰਾਜ ਯਾਦ ਰੱਖੀਏ ਗੁਰੂ ਨਾਨਕ ਸਾਹਿਬ ਦਾ ਅੰਤਲਾ ਉਪਦੇਸ਼ ਕੇਵਲ ਤੋਂ ਕੇਵਲ ਵਾਹਿਗੁਰੂ ਸਿਮਰਨ ਔਰ ਬਾਣੀ ਦਾ ਓਟ ਆਸਰਾ ਹੈ। ਸਤਿਗੁਰੂ ਕਿਰਪਾ ਕਰੋ, ਜੋ ਸਾਰੀ ਜ਼ਿੰਦਗੀ ਸਾਨੂੰ ਉਪਦੇਸ਼ ਦਿੱਤਾ ਹੁਣ ਵੀ ਉਹੀ ਉਪਦੇਸ਼ ਦੇ ਕੇ ਕਿਰਤਾਰਥ ਕਰਕੇ ਵਿਚਾਰ ਨਾਲ ਜੋੜਦੇ ਜਾਓ। ਮਹਾਰਾਜ ਸਭਨਾਂ ਦੇ ਮਨ ਦੀ ਚਾਹਨਾ ਹੈ, ਮੇਰੇ ਇਕੱਲੇ ਦੇ ਮਨ ਦੀ ਨਹੀਂ, ਸਾਰੇ ਗੁਰਸਿੱਖ ਚਾਹੁੰਦੇ ਹਨ। ਸਾਡੇ ਸਭਨਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੈ ਇਹ ਵਾਹਿਗੁਰੂ ਗੁਰਮੰਤਰ ਦੀ ਵਿਚਾਰ ਸੁਣਨ ਦਾ। ਸਤਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੋ ਆਪ ਜੀ। ਸਾਡੇ ਮਨ ਦੀ ਲਾਲਸਾ ਹੈ ਕਿ ਸਾਨੂੰ ਵਾਹਿਗੁਰੂ ਗੁਰਮੰਤਰ ਦਾ ਉਪਦੇਸ਼ ਆਪ ਦਿੰਦੇ ਜਾਓ। ਬਾਬਾ ਬੁੱਢਾ ਜੀ ਦੇ ਵਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਸੁਣੇ ਹਨ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਰੇ ਸਿੱਖਾਂ ਦੇ ਮਨ ਦੀ ਗੱਤ ਜਾਣੀ ਕਿ ਸਾਰੇ ਹੁਣ ਜਾਂਦੀ ਵਾਰ ਵਾਹਿਗੁਰੂ ਗੁਰਮੰਤਰ ਨਾਲ ਜੁੜਨਾ ਚਾਹੁੰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੇਲੇ ਅੰਮ੍ਰਿਤਮਈ ਬਚਨ ਆਪਣੇ ਪਾਵਨ ਮੁਖਾਰਬਿੰਦ ਤੋਂ ਮਹਾਰਾਜ ਜੀ ਨੇ ਉਚਾਰਨ ਕੀਤੇ। ਗੁਰੂ ਨਾਨਕ ਦੇ ਮਹਾਰਾਜ ਪਰਮ ਕਿਰਪਾਲੂ ਸਤਿਗੁਰੂ ਜੀ ਨੇ ਫਿਰ ਬਚਨ ਕੀਤੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ ਵੈਸੇ ਤਾਂ ਸਤਿਨਾਮ ਵਾਹਿਗੁਰੂ ਦੇ ਅਰਥ ਐਸੇ ਨੇ ਕਿ ਕਰੀ ਜਾਓ ਤੇ ਮੁੱਕਦੇ ਨਹੀਂ। ਜੇ ਇਹਦੇ ਅਰਥ ਕਰੀ ਜਾਈਏ ਵਾਹਿਗੁਰੂ ਗੁਰਮੰਤਰ ਦੇ ਸਾਧ ਸੰਗਤ ਜੀ, ਇੱਕ ਕਾਸ਼ੀ ਦੇ ਬਹੁਤ ਵੱਡੇ ਵਿਦਵਾਨ ਮਹਾਂਪੁਰਸ਼ ਹੋਏ, 500 ਅਰਥ ਵਾਹਿਗੁਰੂ ਦੇ ਕੀਤੇ। ਵਾਹਿਗੁਰੂ ਗੁਰਮੰਤਰਾਰਥ ਨਿਰਣੈ ਉਹਨਾਂ ਕੀਤਾ, ਕੋਈ ਇੱਕ ਅਰਥ ਨਹੀਂ। ਉਹਦੇ ਵਿੱਚ ਵੀ ਉਹਨਾਂ ਇਹ ਨਹੀਂ ਆਖਿਆ ਕਿ ਪੂਰੇ ਹੋ ਗਏ। ਕਿਉਂ? ਕਿਉਂਕਿ ਐਸਾ ਸ਼ਬਦ ਹੈ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ, ਸ੍ਰਿਸ਼ਟੀ ਦਾ ਰਚੇਤਾ ਹੈ, ਜੀ ਤੋਂ ਕੁੱਲ ਦੁਨੀਆ ਕੁੱਲ ਸ੍ਰਿਸ਼ਟੀ ਦੀ ਰਚਨਾ ਹੋਈ ਹੋਵੇ ਤੇ ਸ੍ਰਿਸ਼ਟੀ ਦੇ ਬਾਣੀਆਂ ਦੇ ਨਾਲ, ਸ੍ਰਿਸ਼ਟੀ ਦੀ ਬੋਲੀ ਦੇ ਨਾਲ, ਜੀਵ ਦੇ ਨਾਲ ਉਹਦਾ ਅੰਤ ਕਿਵੇਂ ਪੈ ਸਕਦਾ? ਬੁੱਧੀ ਦੇ ਨਾਲ। ਪਰ ਫਿਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਫਿਰ ਵੀ ਜੋ ਸਿੱਧੇ ਜੇ ਮੂਲ ਜੇ ਅਰਥ ਹਨ ਤੁਹਾਨੂੰ ਦੱਸਦੇ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਅਰਥਾਂ ਤੋਂ ਬਾਹਰਾ ਹੈ ਵਾਹਿਗੁਰੂ ਮੰਤਰ ਹੈ ਜਿਹੜਾ, ਇਹਦਾ ਤੇ ਸਿਮਰਨ ਦਾ ਹੀ ਐਡਾ ਫਲ ਹੈ। ਜਿਹੜਾ ਕੋਈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇਗਾ ਨਾ, ਮਹਾਰਾਜ ਕਹਿੰਦੇ ਸਿਮਰਨ ਕਰਨ ਨਾਲ ਉਹਦਾ 84 ਦਾ ਗੇੜਾ ਮੁੱਕ ਜਾਏਗਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਕਰ ਲਈਏ ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਹਿੰਦੇ ਇੱਦਾਂ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ 84 ਦਾ ਫੇਰ ਚੱਕਰ ਮੁੱਕ ਜਾਂਦਾ ਹੈ। ਕਹਿੰਦੇ ਵਾਹਿਗੁਰੂ ਦੇ ਅਰਥ ਹੁਣ ਦੱਸ ਰਹੇ ਹਨ। ਕਹਿੰਦੇ ਜਿਹੜਾ ਗੁਰੂ ਸ਼ਬਦ ਹੈ ਨਾ, ਇਹ ਕਿਵੇਂ ਬਣਿਆ? ਗੋ ਨਾਮ ਅਗਿਆਨਤਾ ਦਾ ਹੈ, ਹਨੇਰੇ ਦਾ ਹੈ। ਤੇ ਜਿਸ ਬੰਦੇ ਨੂੰ ਹਨੇਰਾ ਅਗਿਆਨਤਾ ਚੰਬੜ ਜਾਏ ਨਾ, ਤੇ ਉਹ ਬੰਦਾ ਹਮੇਸ਼ਾ ਹੀ ਬੰਧਨਾਂ 'ਚ ਫਸ ਕੇ ਝੂਰਦਾ ਰਹਿੰਦਾ ਹੈ। ਤੇ ਕਹਿੰਦੇ ਫਿਰ ਅਨੇਕਾਂ ਦੇਹਾਂ ਧਾਰ ਕੇ ਜੰਮਦਾ ਮਰਦਾ ਹੈ। ਤੇ ਫਿਰ ਇੰਨੇ ਸੰਕਟ ਸ਼ੁਰੂ ਹੁੰਦੇ ਜਿਨ੍ਹਾਂ ਦੀ ਕੋਈ ਸਾਧ ਸੰਗਤ ਜੀ ਗਿਣਤੀ ਨਹੀਂ।
ਕਹਿੰਦੇ ਰੂ ਨਾਮ ਹੈ ਪ੍ਰਕਾਸ਼ ਦਾ, ਗੂ ਨਾਮ ਹੈ ਹਨੇਰੇ ਦਾ। ਰੂ ਨਾਮ ਹੈ ਪ੍ਰਕਾਸ਼ ਦਾ। ਜਦੋਂ ਰੂ ਕਹਿੰਦੇ ਹਾਂ ਤੇ ਉਦੋਂ ਤਤਕਾਲ ਹੀ ਪ੍ਰਕਾਸ਼ ਅੰਦਰ ਪ੍ਰਗਟ ਹੁੰਦਾ ਹੈ ਤੇ ਹਨੇਰਾ ਦੂਰ ਚਲਿਆ ਜਾਂਦਾ ਹੈ। ਗੁਰੂ ਮਤਲਬ ਜੋ ਅੰਦਰਲੀ ਅਗਿਆਨਤਾ ਨੂੰ ਕੱਟ ਦਵੇ ਤੇ ਅੰਦਰ ਪ੍ਰਕਾਸ਼ ਪੈਦਾ ਕਰ ਦੇਵੇ, ਉਹ ਨਾਮ ਹੈ ਗੁਰੂ ਦੇ ਅਰਥ ਦਾ। ਇਹ ਵਾਚੇ ਅਰਥ ਹੈ। ਵਾਹ ਨਾਮ ਹੈ ਅਸਚਰਜਤਾ ਦਾ, ਜਿੱਥੇ ਜਾ ਕੇ ਸ਼ਬਦ ਮੁੱਕ ਜਾਣ, ਜਿੱਥੇ ਜਾ ਕੇ ਕੇਵਲ ਵਾਹ ਵਾਹ ਕਹਿਣਾ ਪੈ ਜਾਏ। ਮਹਾਰਾਜ ਕਹਿੰਦੇ ਜੋ ਅਸਚਰਜ ਮਹਾ ਬਿਸਮਾਵਤ, ਜਿੱਥੇ ਜਾ ਕੇ ਬਿਸਮਾਦ ਵਿੱਚ ਚਲੇ ਜਾਈਏ ਉਹਨੂੰ ਕਹਿੰਦੇ ਵਾਹ। ਐਸਾ ਅਸਚਰਜ ਪ੍ਰਕਾਸ਼ ਜੋ ਹਨੇਰੇ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਚਾਨਣ ਵਿੱਚ ਲੈ ਜਾਵੇ ਔਰ 84 ਦੇ ਚੱਕਰ ਕੱਟ ਦੇਵੇ, ਜੀਵਨ ਨੂੰ ਪ੍ਰਕਾਸ਼ਮਈ ਬਣਾ ਦੇਵੇ, ਗਿਆਨ ਵਾਲਾ ਬਣਾ ਦੇਵੇ, ਜੀਵਨ ਨੂੰ ਜੀਵਨ ਦੇ ਵਿੱਚ ਜੀਵਨ ਦਾ ਲਕਸ਼ ਸਮਝਾ ਦੇਵੇ। ਇਹ ਅਰਥ ਹੈ ਵਾਹਿਗੁਰੂ ਗੁਰਮੰਤਰ ਦਾ। ਇਹ ਮਹਾਰਾਜ ਨੇ ਆਖਿਆ। ਇਹਦੇ ਬਹੁਤ ਸਾਰੇ ਅਰਥ ਹਨ ਪਰ ਮੇਨ ਇਹਦੇ ਇਹ ਅਰਥ ਹਨ। ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਨੂੰ ਮਹਾਰਾਜ ਨੇ ਵਾਹਿਗੁਰੂ ਗੁਰਮੰਤਰ ਦੇ ਅਰਥ ਦੱਸੇ ਹਨ। ਅੱਜ ਦਾ ਜੋ ਪ੍ਰਸੰਗ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨਾਲ ਆਖਰੀ ਸਮੇਂ ਦੇ ਬੋਲ ਅਤੇ ਵਾਹਿਗੁਰੂ ਗੁਰਮੰਤਰ ਦੇ ਉਪਦੇਸ਼ ਅਤੇ ਵਾਹਿਗੁਰੂ ਗੁਰਮੰਤਰ ਦਾ ਅਰਥ ਗੁਰੂ ਨਾਨਕ ਸਾਹਿਬ ਨੇ ਜੋ ਦੱਸਿਆ, ਇਹ ਆਪਾਂ ਸੁਣਿਆ। ਅੱਗੇ ਕੱਲ੍ਹ ਨੂੰ ਸੱਚਖੰਡ ਪਿਆਨਾ ਗੁਰੂ ਜੀ ਦਾ ਕਰਨ ਦਾ ਕਈ ਦਿਨ ਤੋਂ ਇਹ ਪ੍ਰਸੰਗ ਚੱਲ ਰਹੇ ਆ, ਬੜੇ ਲੰਮੇ ਹਨ, ਬੜੇ ਸਾਰਥਕ ਹਨ। ਸੋ ਕੱਲ੍ਹ ਨੂੰ ਇਹ ਵਿਚਾਰ ਪੂਰੀ ਹੋ ਜਾਏਗੀ ਗੁਰੂ ਨਾਨਕ ਸਾਹਿਬ ਜੀ ਦੇ ਸੱਚਖੰਡ ਜਾਣ ਦੇ। ਅੱਗੇ ਫਿਰ ਅਗਲੀ ਵਿਚਾਰ ਆਪਾਂ ਸੁਣਾਂਗੇ। ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ।